ਵਾਹਿਗੁਰੂ ਸਾਹਿਬ ਜੀ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁਕੇ ਮਿਰਗਾਵਲੀ, ਪੰਨੀ ਜਾਏ ਨ ਤੀਰਤ ਰੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਨ ਸੋਆ। ਸਿਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਕਰ ਕਰ ਅੰਦਰ ਧਰਮਸਾਰ, ਹੋਵੈ ਕੀਰਤਨ ਸਦਾ ਵਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਕਲ ਤਾਰਨ ਗੁਰ ਨਾਨਕ ਆਇਆ, ਚਰਨ ਧੋਏ ਰਹਿ ਰਾਸ ਕਰ। ਚਰਨਾਮ੍ਰਿਤ ਸਿੱਖਾਂ ਪੀ ਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ। ਕਲ ਜੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ। ਚਾਰ ਵਰਨ ਇੱਕ ਵਰਨ ਕਰਾਇਆ, ਕਲ ਜੁਗ ਬਾਬੇ ਤਾਰਿਆ। ਸਤਿਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰ ਨਾਨਕ ਆਇਆ। ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਉਲਟਾ ਖੇਲ ਭਰਮ ਦਾ, ਪੈਰਾਂ ਉਪਰ ਸੀਸ ਨਵਾਇਆ। ਕਲ ਤਾਰਨ ਗੁਰ ਨਾਨਕ ਆਇਆ। ਨਾਨਕ ਆਇਆ, ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ। ਬੇਸ਼ੁਮਾਰ ਅਥਾਹ ਅਗੰਤ ਅਤੁਲੈ, ਜਿਉ ਬੁਲਾਵ ਹੋ। ਤਿਉ ਨਾਨਕ ਦਾਸ ਬੋਲੇ, ਜਿਉ ਬੁਲਾਵ ਹੋ। ਤਿਉ ਨਾਨਕ ਦਾਸ ਬੋਲੇ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਤਿੰਨਾਂ ਦਾ ਅੱਜ ਆਗਮਨ ਪੁਰਬ ਹੈ। ਸੋ ਇਸ ਖੁਸ਼ੀ ਦੇ ਵਿੱਚ ਆਪਾਂ
ਗਿਆਨ ਦੇ ਸਾਗਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਜ ਕੇ ਬੈਠੇ ਹਾਂ। ਸੋ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੀ ਇਤਿਹਾਸਕ ਵਿਚਾਰ ਆਰੰਭ ਕਰੀਏ। ਉਸ ਤੋਂ ਪ੍ਰਥਮ ਪਿਆਰ ਸਤਿਕਾਰ ਅਦਬ ਸਹਿਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਸਮੁੱਚੇ ਨਗਰ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਗੁਰੂ ਮਹਾਰਾਜ ਕਿਰਪਾ ਕਰਨ, ਸਾਨੂੰ ਆਪਣੇ ਚਰਨਾਂ ਕਮਲਾਂ ਦਾ ਲਾਡ ਪਿਆਰ, ਬਾਣੀ ਅਤੇ ਬਾਣਾ, ਆਪਣੇ ਸ਼ਬਦ ਨਾਲ ਪ੍ਰੇਮ ਕਰਨ ਦੀ ਇਹ ਦਾਤ ਸਾਡੀ ਝੋਲੀ ਵਿੱਚ ਪਾ ਦੇਣ। ਸੋ ਆਓ ਆਪਾਂ ਗੁਰੂ ਨਾਨਕ ਜੀ ਦੇ ਇਤਿਹਾਸ ਬਾਰੇ ਕੁਝ ਵਿਚਾਰਾਂ ਸਰਵਣ ਕਰਦੇ ਹਾਂ। ਮਨ ਨੂੰ ਇਕਾਗਰ ਕਰਕੇ, ਚਿੱਤ ਨੂੰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੋੜ ਕੇ। ਸੋ ਦੁਨੀਆ ਦੇ ਉੱਪਰ ਜਦੋਂ ਜਦੋਂ ਵੀ ਧਰਮ ਦੀ ਹਾਨੀ ਹੋਈ ਹੈ ਪਿਆਰਿਓ, ਉਦੋਂ ਹੀ ਪਰਮਾਤਮਾ ਨੇ ਅਵਤਾਰ ਧਾਰੇ ਨੇ। ਅਵਤਾਰ ਧਾਰਨ ਕਰਨ ਤੋਂ ਬਾਅਦ ਦੁਨੀਆ ਦੇ ਲੋਕਾਂ ਨੂੰ ਸੱਚ ਦੇ ਨਾਲ ਜੋੜਿਆ ਹੈ। ਹੰਕਾਰੀ ਜਿਹੜੇ ਲੋਕ ਨੇ, ਜਿਨ੍ਹਾਂ ਦੇ ਦਿਮਾਗ ਵਿੱਚ ਸੱਤਾਸ਼ਾਹੀ ਹੁੰਦੀ ਹੈ, ਉਹਨਾਂ ਦੇ ਖਿਲਾਫ ਬਾਬਰ ਵਰਗਿਆਂ ਨੂੰ ਜਾਵਰ ਕਹਿਣ ਲਈ, ਭੁੱਲਿਆਂ ਹੋਇਆਂ ਨੂੰ ਰਾਹ ਦਿਖਾਉਣ ਲਈ, ਅੰਧਿਆਂ ਨੂੰ ਚਾਨਣ ਕਰਨ ਲਈ, ਪਿਆਸਿਆਂ ਨੂੰ ਉਹਨਾਂ ਦੀ ਤੇਹ ਬੁਝਾਉਣ ਲਈ, ਭੁੱਖਿਆਂ ਨੂੰ ਭੋਜਨ ਛਕਾਉਣ ਲਈ, ਖਿਲਰਿਆਂ ਹੋਇਆਂ ਨੂੰ ਇੱਕ ਜਗ੍ਹਾ ਇੱਕ ਪੰਗਤ ਵਿੱਚ ਸਜਾਉਣ ਲਈ ਪਰਮਾਤਮਾ ਨੇ ਬੜੇ ਅਵਤਾਰ ਧਾਰੇ ਨੇ। ਸੋ ਗੁਰੂ ਨਾਨਕ ਸਾਹਿਬ ਜੀ ਪੂਰਨ ਅਵਤਾਰ ਹਨ। ਉਹਨਾਂ ਅਵਤਾਰਾਂ ਦੇ ਵਿੱਚੋਂ ਖੁਦ ਖੁਦਾ ਹਨ, ਖੁਦ ਰੱਬ ਹਨ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਭਾਈ ਗੁਰਦਾਸ ਜੀ ਬਚਨ ਕਰਦੇ ਨੇ। ਸੋ ਜਿਹਨੂੰ ਅੱਜ ਆਪਾਂ ਨਨਕਾਣਾ ਸਾਹਿਬ ਆਖਦੇ ਹਾਂ ਪਿਆਰਿਓ, ਪਿਆਰ ਦੇ ਨਾਲ। ਪਹਿਲਾ ਨਾਮ ਉਹਦਾ ਸੀ ਰਾਏ ਭੋਏ ਦੀ ਤਲਵੰਡੀ। ਰਾਏ ਭੋਏ ਇੱਕ ਰਾਜਾ ਜੀ ਹੋਏ ਨੇ, ਉਹਨਾਂ ਦਾ ਨਾਮ ਸੀ। ਇਹਨਾਂ ਦੇ ਅੱਗੇ ਸਪੁੱਤਰ ਦਾ ਨਾਮ ਸੀ ਰਾਏ ਬੁਲਾਰ। ਰਾਏ ਬੁਲਾਰ ਜੀ ਜਿਹੜੇ ਸਨ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਸਿੱਖ ਹੋਏ ਨੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਮਝਿਆ ਸੀ ਕਿ ਕੋਈ ਸਧਾਰਨ ਬਾਲਕ ਨਹੀਂ, ਇਹ ਕੋਈ ਵਲੀ ਅੱਲਾ ਹੈ, ਖੁਦਾ ਦਾ ਅਵਤਾਰ ਹੈ। ਉਹਨਾਂ ਨੇ ਆਖਿਆ ਸੀ ਹੁਣ ਰਾਏ ਭੋਏ ਦੀ ਤਲਵੰਡੀ ਨਹੀਂ, ਇਹ ਧਰਤੀ ਨੇ ਆਵਾਜ਼ ਮਾਰੀ ਹੈ, ਗੁਰੂ ਨਾਨਕ ਜੀ ਨੂੰ ਸੱਦਾ ਦਿੱਤਾ ਹੈ। ਇਹ ਧਰਤੀ ਵੱਡੇ ਭਾਗਾਂ ਵਾਲੀ ਆ। ਇਹਦਾ ਨਾਮ ਫਿਰ ਨਾਨਕ ਆਇਣਾ ਬਣਿਆ, ਹੌਲੀ ਹੌਲੀ ਬਦਲ ਕੇ ਨਨਕਾਣਾ ਬਣਿਆ। ਫਿਰ ਆਪਾਂ ਬੜੇ ਸਤਿਕਾਰ ਦੇ ਨਾਲ ਨਨਕਾਣਾ ਸਾਹਿਬ ਆਖਦੇ ਹਾਂ ਤੇ ਰੋਜ਼ ਅਰਦਾਸ ਵਿੱਚ ਬੇਨਤੀਆਂ ਕਰਦੇ ਹਾਂ। ਉਹ ਅਸਥਾਨ ਜਿੱਥੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਹੋਇਆ, ਉਹ ਗੁਰੂਦੁਆਰੇ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਉਹ ਨਨਕਾਣਾ ਸਾਹਿਬ ਹੈ ਜਿਹੜਾ ਕਿ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਹੈ। ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਹੋਇਆ। ਜਿਹੜੇ ਗੁਰਸਿੱਖ ਗੁਰੂ ਨਾਨਕ ਜੀ ਨੂੰ ਪਿਆਰ ਕਰਦੇ ਨੇ, ਉਹਨਾਂ ਦੀਆਂ ਅੱਖਾਂ ਦੇ ਵਿੱਚ ਵੈਰਾਗ ਹੈ, ਪਿਆਰ ਦੇ ਹੰਝੂ ਨੇ ਕਿ ਕਦੋਂ ਨਨਕਾਣੇ ਦੇ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਹੋਣਗੇ।
ਸੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੰਮਤ 1526 ਈਸਵੀ ਦੇ ਵਿੱਚ 1469 ਈਸਵੀ ਦੇ ਵਿੱਚ ਕੱਤਕ ਦੀ ਪੁੰਨਿਆ ਵਾਲੇ ਦਿਨ 12:30 ਤੋਂ 1 ਵਜੇ ਦੇ ਕਰੀਬ ਰਾਤ ਦਾ ਇਹ ਜਿਹੜਾ ਸਮਾਂ ਹੈ ਇਹਦੇ ਵਿੱਚ ਦੱਸਿਆ ਜਾਂਦਾ ਹੈ ਵਿਦਵਾਨਾਂ ਦੁਆਰਾ। ਪਿਤਾ ਕਲਿਆਣ ਚੰਦ ਜੀ, ਉਹਨਾਂ ਦਾ ਵਿਵਾਹ ਹੋਇਆ ਮਾਤਾ ਤ੍ਰਿਪਤਾ ਜੀ ਦੇ ਨਾਲ ਸ਼ਾਦੀ ਹੋਈ। ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲੱਗੇ। ਉਹਨਾਂ ਦੇ ਜਦੋਂ ਗਰਭ ਠਹਿਰਿਆ ਹੈ ਤਾਂ ਚਿਹਰੇ ਤੇ ਨੂਰਾਨੀ ਜਿਹੜਾ ਸੀ ਉਹਨਾਂ ਦਾ ਚਿਹਰਾ ਹੋ ਗਿਆ, ਨੂਰ ਆ ਗਿਆ, ਕਿਉਂਕਿ ਦੁਨੀਆ ਦੇ ਨੂਰ ਨੇ ਉਹਨਾਂ ਦੀ ਕੁੱਖ ਰਾਹੀਂ ਆਉਣਾ ਹੈ। ਤੇ ਘਰ ਦੇ ਵਿੱਚ ਫਿਰ ਪਟਵਾਰੀ ਸਾਹਿਬ ਸਨ, ਰਾਏ ਬਲਾਰ ਜੀ ਦੇ ਕੋਲੇ ਰਹਿ ਕੇ ਪਿਤਾ ਕਲਿਆਣ ਚੰਦ ਜੀ ਥੋੜਾ ਘੱਟ ਨਾਮ ਆਉਂਦਾ ਹੈ, ਮਹਿਤਾ ਕਾਲੂ ਥੋੜਾ ਇਤਿਹਾਸ ਵਿੱਚ ਜ਼ਿਆਦਾ ਕਰਕੇ ਮੈਂ ਨਾਮ ਮਿਲਦਾ ਹੈ। ਤਾਂ ਪਿਤਾ ਕਲਿਆਣ ਚੰਦ ਜੀ ਰਾਏ ਬਲਾਰ ਜੀ ਦੇ ਪਾਸ ਪਟਵਾਰੀ ਦੀ ਨੌਕਰੀ ਕਰਿਆ ਕਰਦੇ ਸਨ, ਰਾਏ ਭੋਏ ਦੀ ਤਲਵੰਡੀ ਵਿੱਚ, ਜਿਹਨੂੰ ਆਪਾਂ ਨਨਕਾਣਾ ਸਾਹਿਬ ਕਹਿੰਦੇ ਹਾਂ। ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲੱਗੇ ਨੇ 1469 ਈਸਵੀ ਦੇ ਵਿੱਚ। ਆਜ ਮੋਰੇ ਆਏ ਹੈ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੁਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੂਆ। ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਆਗਮਨ ਪੁਰਬ ਹੋਣਾ ਹੈ ਹਜੇ, ਉਸ ਤੋਂ ਪਹਿਲਾਂ ਦੌਲਤਾ ਨਾਮ ਦੀ ਇੱਕ ਮੁਸਲਮਾਨ ਇਸਤਰੀ ਜਿਹੜੀ ਆ ਉਹ ਆਉਂਦੀ ਹੈ ਤੇ ਪਟਵਾਰੀ ਸਾਹਿਬ ਜੀ ਨੂੰ ਕਹਿੰਦੀ ਹੈ ਪਿਤਾ ਕਲਿਆਣ ਚੰਦ ਨੂੰ ਕਿ ਦੇਖੋ ਜੀ, ਤੁਹਾਡੇ ਘਰ ਵਿੱਚ ਔਲਾਦ ਪੈਦਾ ਹੋਣ ਵਾਲੀ ਹੈ, ਪਰ ਸਾਡੇ ਘਰ ਵਿੱਚ ਦਾਣੇ ਕੋਈ ਨਹੀਂ ਹਨ। ਸਰਦੀ ਦੀ ਰੁੱਤ ਆਈ ਹੈ, ਬੱਚਿਆਂ ਲਈ ਪਹਿਨਣ ਲਈ ਕੱਪੜੇ ਕੋਈ ਨਹੀਂ ਹਨ, ਤੇ ਮੈਂ ਦੌਲਤਾਂ ਬੜੀ ਗਰੀਬ ਹਾਂ, ਨਾਮ ਭਾਵੇਂ ਮੇਰਾ ਦੌਲਤਾਂ ਹੈ। ਤਾਂ ਜਦੋਂ ਬੱਚੇ ਦਾ ਜਨਮ ਹੋ ਜਾਵੇ ਹੱਥ ਨਾ ਘੁੱਟ ਲੈਣਾ ਆਪਣਾ, ਜਿਵੇਂ ਕਿ ਕਈ ਦੌਲਤਮੰਦ ਹੁੰਦੇ ਨੇ ਉਹ ਗਰੀਬਾਂ ਨੂੰ ਦਾਨ ਦੇਣ ਲੱਗੇ ਫਿਰ ਥੋੜਾ ਹੱਥ ਸੰਕੋਚ ਲੈਂਦੇ ਨੇ, ਇਦਾਂ ਨਾ ਕਰ ਲੈਣਾ। ਪਟਵਾਰੀ ਸਾਹਿਬ ਜੀ, ਘਰ ਵਿੱਚ ਦਾਣੇ ਕੋਈ ਨਹੀਂ ਹਨ, ਸਰਦੀ ਦੀ ਰੁੱਤ ਹੈ, ਬੱਚਿਆਂ ਵਾਲੀ ਹਾਂ ਮੈਂ, ਉਹ ਦਾਈ ਨੇ ਆਖਿਆ। ਸਤਿਕਾਰਯੋਗ ਹਸਤੀ ਪਿਤਾ ਕਲਿਆਣ ਚੰਦ ਜੀ, ਜਿਨ੍ਹਾਂ ਨੂੰ ਮਹਿਤਾ ਕਾਲੂ ਵੀ ਆਖਿਆ ਇਤਿਹਾਸ ਵਿੱਚ, ਕਹਿੰਦੇ ਤੂੰ ਫਿਕਰ ਨਾ ਕਰ ਦੌਲਤਾਂ, ਜਦੋਂ ਬੱਚੇ ਦਾ ਜਨਮ ਹੋਵੇਗਾ ਉਦੋਂ ਮੈਂ ਤੇਰੀ ਝੋਲੀ ਭਰ ਦਿਆਂਗਾ, ਫਿਕਰ ਨਾ ਕਰ ਕਿਸੇ ਗੱਲ ਦਾ। ਤਾਂ ਫਿਰ ਦੌਲਤਾਂ ਆਉਂਦੀ ਹੈ ਰੋਜ਼ ਹੀ। ਮਾਤਾ ਤ੍ਰਿਪਤਾ ਜੀ, ਜਿਨ੍ਹਾਂ ਦਾ ਸੁਭਾਅ ਬੜਾ ਨਿਮਰ ਹੈ, ਜਿਨ੍ਹਾਂ ਬੜੀ ਬੰਦਗੀ ਕੀਤੀ ਹੈ, ਸੁਭਾਅ ਜਿਨ੍ਹਾਂ ਦਾ ਬੜਾ ਸੰਤ ਵਾਲਾ ਹੈ, ਉਹਨਾਂ ਦੀ ਮੁੱਠੀ ਚਾਪੀ ਕਰਦੇ ਨੇ ਦੌਲਤਾਂ ਦਾਈ ਜੀ ਆ ਕੇ, ਰੋਜ਼ ਸੇਵਾ ਕਰਦੇ ਨੇ। ਫਿਰ ਉਹ ਸਮਾਂ ਵੀ ਬਣਿਆ ਜਦੋਂ ਜਿਸ ਦਿਨ ਆਗਮਨ ਪੁਰਬ ਹੋਣਾ ਸੀ, ਪੁਰਾਣਾ ਜ਼ਮਾਨਾ, ਉਹ ਕਮਰੇ ਦੇ ਵਿੱਚ ਫਿਰ ਦੀਵੇ ਜਗਾਏ ਗਏ, ਜਿਨ੍ਹਾਂ ਦੀ ਗਿਣਤੀ 8 ਦੱਸਿਆ ਗਿਆ ਹੈ। 8 ਦੀਵੇ ਜਗਾਏ ਗਏ ਕਿਉਂਕਿ ਰਾਤ ਦਾ ਸਮਾਂ ਸੀ। ਸਤਿਗੁਰੂ ਜੀ ਦਾ ਆਗਮਨ ਪੁਰਬ ਜਿਹੜਾ 12:30 ਤੋਂ 1 ਵਜੇ ਦੇ ਦਰਮਿਆਨ ਇਤਿਹਾਸਕਾਰ ਜਿਹੜੇ ਨੇ ਮੰਨਦੇ ਨੇ। 8 ਦੀਵੇ ਜਦੋਂ ਜਗਾਏ ਨੇ, ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਹੋਇਆ, ਪ੍ਰਕਾਸ਼ ਹੋਇਆ, ਉਹ ਦੀਵਿਆਂ ਦੀ ਜਿਹੜੀ ਲੋ ਸੀ ਉਹ ਮੱਧਮ ਹੋ ਗਈ, ਮੱਧਮ ਹੋ ਗਈ। ਸੂਰਜ ਦੇ ਸਾਹਮਣੇ ਦੀਵਿਆਂ ਦੀ ਲੋ ਘੱਟ ਹੋ ਜਾਵੇ, ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ। ਗੁਰੂ ਨਾਨਕ ਜੀ ਉਹ ਸੂਰਜ ਨੇ ਜਿਨ੍ਹਾਂ ਨੇ ਮੁਸਲਮਾਨਾਂ, ਜਿਨ੍ਹਾਂ ਨੇ ਹਿੰਦੂਆਂ, ਜਿਨ੍ਹਾਂ ਨੇ ਬ੍ਰਾਹਮਣਾਂ, ਸਭ ਨੂੰ ਹੀ ਚਾਨਣਾ ਕਰਨਾ। ਜਿਵੇਂ ਸੂਰਜ ਸਾਂਝਾ ਹੁੰਦਾ ਸਭ ਦਾ, ਹਵਾ ਸਾਂਝੀ ਹੁੰਦੀ ਆ, ਅਮੀਰ ਦੇ ਘਰ ਵੀ ਵਗਦੀ ਆ, ਗਰੀਬ ਦੇ ਘਰ ਵੀ ਵਗਦੀ ਆ। ਗੁਰੂ ਨਾਨਕ ਜੀ ਦਾ ਉਹ ਸੰਦੇਸ਼, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ,
ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੋਇਆ। ਸਭ ਤੋਂ ਪਹਿਲਾਂ ਦਰਸ਼ਨ ਜਿਹੜੇ ਨੇ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਣਾ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੂਆ। ਇੱਥੇ ਭਾਈ ਗੁਰਦਾਸ ਜੀ ਨੇ ਪ੍ਰਗਟ ਸ਼ਬਦ ਵਰਤਿਆ ਹੈ, ਕਿਉਂਕਿ ਪ੍ਰਗਟ ਦੇ ਅਰਥ ਜਨਮ ਹੋਣਾ ਨਹੀਂ ਹੁੰਦੇ। ਗੁਰੂ ਨਾਨਕ ਜੀ ਜਨਮ ਦੇ ਵਿੱਚ ਨਹੀਂ ਹਨ। ਇਸ ਦਾ ਜਨਮ ਨਹੀਂ, ਉਸ ਦਾ ਮਰਨ ਨਹੀਂ ਹੋ ਸਕਦਾ। ਉਹਨਾਂ ਦਾ ਪ੍ਰਗਟ ਹੋਇਆ ਹੈ, ਪ੍ਰਕਾਸ਼ ਹੋਇਆ ਹੈ। ਮਿੱਟੀ ਧੁੰਦ ਜਗ ਚਾਨਣ ਹੋਆ। ਅਗਿਆਨਤਾ ਦੀ ਧੁੰਦ ਜਿਹੜੀ ਆ ਮਿੱਟੀ ਆ, ਗੁਰੂ ਨਾਨਕ ਜੀ ਦੇ ਆਉਣ ਦੇ ਨਾਲ ਗਿਆਨ ਦਾ ਚਾਨਣ ਹੋਇਆ ਹੈ। ਸਿੰਘ ਬੁਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ। ਜਿੱਦਾਂ ਸ਼ੇਰ ਜੰਗਲ ਦੇ ਵਿੱਚ ਜਦੋਂ ਭੌਂਕ ਮਾਰਦਾ, ਦਹਾੜ ਮਾਰਦਾ ਹੈ, ਹਿਰਨਾਂ ਦੀਆਂ ਡਾਰਾਂ ਨੂੰ ਭਾਜਣਾ ਪੈ ਜਾਂਦੀਆਂ ਨੇ। ਗੁਰੂ ਨਾਨਕ ਜੀ ਜਦੋਂ ਕੀਰਤਨ ਕਰਦੇ ਨੇ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ, ਉਦੋਂ ਅਗਿਆਨਤਾ ਵੀ ਐਵੇਂ ਭੱਜ ਜਾਂਦੀ ਆ, ਐਵੇਂ ਦੂਰ ਹੋ ਜਾਂਦੀ ਹੈ। ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਕਲ ਤਾਰਨ ਗੁਰ ਨਾਨਕ ਆਇਆ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਜੀ ਧਰਤੀ ਦੀ ਪੁਕਾਰ ਨੂੰ ਸੁਣ ਕੇ ਆਏ ਨੇ। ਧਰਤੀ ਉਹ ਜਿਹੜੀ ਦੱਬੀ ਜਾ ਰਹੀ ਸੀ, ਰਾਜੇ ਪਾਪ ਕਮਾਮ ਦੇ, ਉਲਟੀ ਵਾੜ ਖੇਤ ਕੋ ਖਾਈ। ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਰਾਜੇ ਪਾਪ ਕਰ ਰਹੇ ਸੀ, ਵਾੜ ਹੀ ਖੇਤਾਂ ਨੂੰ ਖਾ ਰਹੀ ਸੀ। ਧਰਤੀ ਦੱਬੀ ਜਾ ਰਹੀ ਸੀ ਪਾਪੀਆਂ ਦੇ ਭਾਰ ਦੇ ਨਾਲ। ਕੋਈ ਚਾਹੀਦਾ ਸੀ ਉਸ ਨੂੰ ਜਿਹੜਾ ਆ ਕੇ ਦੁਨੀਆ ਦੇ ਲੋਕਾਂ ਨੂੰ ਚਾਨਣ ਕਰੇ, ਸੱਚ ਦਿਖਾਵੇ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਸਭ ਤੋਂ ਪਹਿਲਾਂ ਦੀਦਾਰੇ ਉਸ ਦੌਲਤਾ ਦਾਇਕ ਮੁਸਲਮਾਨ ਇਸਤਰੀ ਨੇ ਕੀਤੇ ਨੇ। ਮਾਤਾ ਤ੍ਰਿਪਤਾ ਜੀ ਨੇ ਉਸ ਤੋਂ ਬਾਅਦ ਕੀਤੇ ਨੇ ਦਰਸ਼ਨ। ਜਦੋਂ ਆਗਮਨ ਹੋਇਆ, ਕਮਾਲ ਦੀ ਗੱਲ ਹੋ ਗਈ ਪਿਆਰਿਓ। ਗੁਰੂ ਨਾਨਕ ਜੀ ਮੁਸਕਰਾਏ ਨੇ। ਆਮ ਦੇਖਿਆ ਗਿਆ ਦੁਨੀਆ ਵਿੱਚ ਰੋਂਦੇ ਹੋਏ ਬੱਚੇ ਜਨਮ ਲੈਂਦੇ ਨੇ, ਰੋਂਦੇ ਹੀ ਜਨਮ ਲੈਂਦੇ ਨੇ, ਦੂਜਿਆਂ ਨੂੰ ਵੀ ਰਵਾਉਂਦੇ ਨੇ, ਰੋਂਦੇ ਹੀ ਜਾਂਦੇ ਨੇ। ਗੁਰੂ ਨਾਨਕ ਜੀ ਹੱਸਦੇ ਹੱਸਦੇ ਆਏ ਨੇ। ਉਹ ਮੁਸਕਰਾਹਟ ਮਾਤਾ ਦੌਲਤਾਂ ਜੀ ਨੇ ਜਦੋਂ ਦੇਖੀ ਹੈ, ਚਿਹਰਾ ਉਹਨਾਂ ਦਾ ਖਿੜ ਉੱਠਿਆ, ਰੱਜ ਆ ਗਿਆ, ਰੱਜ ਆ ਗਿਆ ਗੁਰੂ ਨਾਨਕ ਜੀ ਦੇ ਦਰਸ਼ਨ ਕਰਕੇ। ਜਿਹੜੀ ਕਹਿੰਦੀ ਸੀ ਪਟਵਾਰੀ ਸਾਹਿਬ ਜੀ ਹੱਥ ਨਾ ਘੁੱਟ ਲਿਓ, ਜਦੋਂ ਬੱਚੇ ਦਾ ਜਨਮ ਹੋਇਆ ਮੇਰੇ ਘਰ ਦੇ ਵਿੱਚ ਦਾਣੇ ਕੋਈ ਨਹੀਂ, ਪੈਸਾ ਕੋਈ ਨਹੀਂ, ਆਖਿਆ ਸੀ ਤੈਨੂੰ ਮੈਂ ਬੜਾ ਦੇਣਾ ਹੈ ਜਦੋਂ ਬੱਚੇ ਦਾ ਜਨਮ ਹੋਵੇਗਾ, ਫਿਕਰ ਨਾ ਕਰ ਦੌਲਤਾਂ। ਉਹ ਜਿਹੜੀ ਮੰਗਦੀ ਸੀ ਕਦੇ ਝੋਲੀਆਂ ਅੱਡ ਕੇ, ਐਸੇ ਰੱਬ ਜੀ ਦੇ ਦੀਦਾਰ ਅੱਜ ਹੋ ਗਏ, ਖੁਦਾ ਦੇ ਦੀਦਾਰ ਹੋ ਗਏ, ਵਾਹਿਗੁਰੂ ਦੇ, ਕਿ ਸਭ ਭੁੱਖਾਂ ਜਿਹੜੀਆਂ ਸੀ ਸਭ ਗਵਾਈਆਂ। ਸੰਤੋਖ ਆ ਗਿਆ, ਰੱਜ ਆ ਗਿਆ, ਕੋਈ ਭੁੱਖ ਅੰਦਰ ਨਹੀਂ ਰਹੀ, ਚਾਹਤ ਨਹੀਂ ਰਹੀ। ਤੇ ਬਾਹਰ ਖੜੇ ਉਡੀਕ ਰਹੇ ਨੇ ਖਬਰ ਕਦੋਂ ਆਵੇਗੀ, ਕਮਰੇ ਦੇ ਵਿੱਚੋਂ ਕਦੋਂ ਬਾਹਰ ਨਿਕਲ ਕੇ ਦੱਸਣਗੇ ਪਿਤਾ ਕਲਿਆਣ ਚੰਦ ਜੀ। ਉਹਨਾਂ ਦੀ ਉਂਗਲੀ ਫੜੀ ਹੋਈ ਹੈ 5 ਸਾਲਾਂ ਦੀ ਇੱਕ ਛੋਟੀ ਬੱਚੀ ਹੈ। ਨਾਮ ਘਰਦਿਆਂ ਨੇ ਰੱਖਿਆ ਸੀ, ਨਾਨਕੇ ਪਰਿਵਾਰ ਨੇ। ਇਹ ਨਾਨਕਿਆਂ ਦੇ ਘਰ ਪੈਦਾ ਹੋਈ ਆ, ਇਹ ਨਾਨਕਿਆਂ ਦੀ ਨਾਨਕੀ ਹੈ, ਇਹ ਨਾਨਕਿਆਂ ਦੀ ਨਾਨਕੀ ਹੈ। ਉਹਨੇ ਆਪਣੇ ਪਿਤਾ ਜੀ ਦੀ ਉਂਗਲੀ ਫੜੀ ਹੋਈ ਆ, ਉਡੀਕਾਂ ਲਾਈਆਂ ਨੇ ਦਰਵਾਜ਼ੇ ਤੇ, ਕਦੋਂ ਇਹ ਖਬਰ ਆਵੇਗੀ। ਅੱਜ ਉਡੀਕ ਰਹੀ, ਅੱਜ ਮੇਰੇ ਉਹ ਵੀਰੇ ਨੇ ਆਉਣਾ ਜਿਹਨੂੰ ਮੈਂ ਰਬਾਬ ਲੈ ਕੇ ਦੇਣੀ ਆ, ਜਿਨ੍ਹਾਂ ਨੇ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਉਹ ਨੇ ਜਿਨ੍ਹਾਂ ਨੇ ਧਰਤੀ ਦੇ 9 ਹਿੱਸਿਆਂ ਦਾ ਭਰਮਣ ਕਰਨਾ, ਰਬਾਬ ਮੇਰੇ ਤੋਂ ਲੈਣੀ ਹੈ।
ਜਿਸ ਧਰਮ ਦੀ ਮੈਂ ਸ਼ੁਰੂਆਤ ਕਰਨੀ ਹੈ ਗੁਰੂ ਨਾਨਕ ਜੀ, ਉਹਦਾ ਮੁੱਢ ਸੋ ਕਿਉਂ ਮੰਦਾ ਆਖੀਐ। ਜਿਤ ਜੰਮੇ ਰਾਜਾਨ, ਇਸਤਰੀਆਂ ਭਾਵੇਂ ਸੰਤ ਨਹੀਂ ਹੁੰਦੀਆਂ, ਬਹੁਤ ਘੱਟ ਸੰਤ ਹੋਈਆਂ ਨੇ, ਕਦੇ ਕਦੇ ਕੋਈ ਰਾਵੀਆ ਜੈਸੀ, ਕਦੇ ਕਦੇ, ਪਰ ਇਹ ਸੰਤਾਂ ਨੂੰ ਜਨਮ ਦਿੰਦੀਆਂ ਨੇ ਪਿਆਰਿਓ। ਇਹ ਸਾਧੂਆਂ ਨੂੰ, ਰੱਬ ਦੇ ਪਿਆਰਿਆਂ ਨੂੰ, ਅਵਤਾਰਾਂ ਨੂੰ ਜਨਮ ਦਿੰਦੀਆਂ ਨੇ। ਇਹਨਾਂ ਤੋਂ ਮੈਂ ਸ਼ੁਰੂਆਤ ਕਰਾਉਣੀ ਹੈ ਜਿਹੜੇ ਧਰਮ ਦੀ ਯਾਤਰਾ ਕਰਨੀ। ਅੱਜ ਉਹ ਬੇਬੇ ਨਾਨਕੀ ਜੀ ਇੱਥੇ ਖੜੇ ਉਡੀਕ ਰਹੇ ਨੇ। 5 ਸਾਲ ਉਮਰ ਦੇ ਵਿੱਚ ਬੇਬੇ ਨਾਨਕੀ ਜੀ ਵੱਡੇ ਸਨ ਗੁਰੂ ਨਾਨਕ ਸਾਹਿਬ ਜੀ ਤੋਂ। ਇਤਿਹਾਸਕਾਰ ਦੱਸਦੇ ਨੇ 5 ਸਾਲ ਦੀ ਉਮਰ ਉਹਨਾਂ ਤੋਂ, ਉਮਰ ਵਿੱਚ ਵੱਡੇ ਸਨ, ਸਰੀਰ ਕਰਕੇ, ਉਮਰ ਕਰਕੇ। ਉਡੀਕ ਰਹੇ ਆ, ਦੌਲਤਾਂ ਬਾਹਰ ਆਈ ਹੈ। ਕਹਿਣ ਲੱਗੀ ਪਟਵਾਰੀ ਸਾਹਿਬ ਜੀ, ਤੁਹਾਡੇ ਘਰ ਪੁੱਤਰ ਪੈਦਾ ਹੋਇਆ ਹੈ। ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਫਿਰ ਉਹ ਕਹਿਣ ਲੱਗੇ, ਬੜੀ ਖੁਸ਼ੀ ਦੀ ਲਹਿਰ ਦੌੜ ਗਈ ਹੌਲੀ ਹੌਲੀ। ਰਾਏ ਬਲਾਰ ਜੀ ਨੂੰ ਵੀ ਪਤਾ ਲੱਗਾ ਕਿ ਗੁਰੂ ਨਾਨਕ ਜੀ ਦਾ ਆਗਮਨ ਪੁਰਬ ਹੋਇਆ ਹੈ, ਉਹਨਾਂ ਦਾ ਆਉਣਾ ਹੋਇਆ ਹੈ। ਉਹਨਾਂ ਦੀ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਜਿਹੜੇ ਕਹਿੰਦੇ ਸੀ ਮੈਂ ਸੋ ਜਾਊਂ ਨਾਨਕ ਗੁਰੂ कहते कहते, खुले आँख मेरी गुरु कहते कहते, हबीबे खुदा को खुदा जैसा समझा, खुदा मिल गया गुरु कहते कहते। गुरु नानक ਨੂੰ ਮੈਂ ਗੁਰੂ ਨਹੀਂ ਰੱਬ ਮੰਨਿਆ ਹੈ। ਰਾਏ ਬਲਾਰ ਸੱਪ ਦੀ ਛਾਂ ਜਿਹੜੀ ਕਰਨੀ, ਉਹ ਉਹਨਾਂ ਨੇ ਪਛਾਨਣਾ। ਸਭ ਤੋਂ ਪਹਿਲੇ ਸਿੱਖਾਂ ਦੇ ਵਿੱਚੋਂ ਜੇ ਆਪਾਂ ਦੇਖੀਏ, ਪਹਿਲੇ ਸਿੱਖ ਗੁਰੂ ਨਾਨਕ ਜੀ ਦੇ ਰਾਏ ਬਲਾਰ ਬੇਬੇ ਨਾਨਕੀ ਜੀ ਹੋਏ ਨੇ, ਜਿਨ੍ਹਾਂ ਨੇ ਉਹਨਾਂ ਨੂੰ ਸਮਝਿਆ ਹੈ। ਉਹਨਾਂ ਕੋਲ ਵੀ ਖਬਰਾਂ ਪਹੁੰਚ ਗਈਆਂ ਕਿ ਪਟਵਾਰੀ ਜੀ ਦੇ ਘਰੇ ਪੁੱਤਰ ਪੈਦਾ ਹੋਇਆ। ਬੜਾ ਹੀ ਚਾਅ ਉਹਨਾਂ ਨੂੰ ਹੋਇਆ ਹੈ। ਤੇ ਅੱਜ ਫਿਰ ਪਿਤਾ ਕਲਿਆਣ ਚੰਦ ਜੀ, ਮਹਿਤਾ ਕਾਲੂ ਜੀ ਭਾਵ ਕਿ ਥਾਲੀ ਭਰ ਕੇ ਤੇ ਕੁਝ ਪੈਸੇ ਜਿਹੜੇ ਨੇ ਦੌਲਤਾਂ ਨੂੰ ਦਿੰਦੇ ਨੇ ਕਿ ਦੌਲਤਾਂ ਆ ਦੇਖ, ਮੈਂ ਤੇਰੇ ਵਾਸਤੇ, ਤੇਰੇ ਬੱਚਿਆਂ ਵਾਸਤੇ ਕੱਪੜੇ ਲੈ ਕੇ ਆਇਆ, ਇਹ ਮਾਇਆ ਤੂੰ ਰੱਖ ਲੈ। ਤੇ ਦੌਲਤਾਂ ਕਹਿੰਦੀ ਹੈ ਮੈਨੂੰ ਕੁਝ ਨਹੀਂ ਚਾਹੀਦਾ, ਕੁਝ ਨਹੀਂ ਚਾਹੀਦਾ, ਮੈਂ ਨਹੀਂ ਲੈ ਸਕਦੀ, ਨਹੀਂ ਲੈਣੇ, ਲੋੜ ਨਹੀਂ ਪਟਵਾਰੀ ਜੀ, ਲੋੜ ਨਹੀਂ ਨਾ ਪੈਸਿਆਂ ਦੀ, ਦੌਲਤ ਦੀ। ਪਹਿਲਾਂ ਮੇਰਾ ਨਾਮ ਦੌਲਤਾਂ ਸੀ, ਪਰ ਤੁਹਾਡੇ ਪੁੱਤਰ ਦੇ ਦੀਦਾਰ ਕਰਕੇ ਮੈਂ ਸੱਚਮੁੱਚ ਹੀ ਅੱਜ ਦੌਲਤਮੰਦ ਹੋ ਗਈ ਹਾਂ। ਪਹਿਲਾਂ ਨਾਮ ਮੇਰਾ ਇਕੱਲਾ ਦੌਲਤਾਂ ਸੀ, ਪਰ ਅੱਜ ਮੈਂ ਸੱਚਮੁੱਚ ਹੀ ਦੌਲਤਮੰਦ ਹੋ ਗਈ ਤੁਹਾਡੇ ਪੁੱਤਰ ਦੇ ਦੀਦਾਰ ਕਰਕੇ। ਪਿਤਾ ਜੀ ਕਲਿਆਣ ਚੰਦ ਜੀ ਕਹਿੰਦੇ ਜਿਵੇਂ ਕਿ ਕਈ ਵਾਰ ਨਾ ਕਿਸੇ ਨੂੰ ਆਪਾਂ ਪੈਸੇ ਦਈਏ ਤੇ ਥੋੜੇ ਹੁੰਦੇ ਨੇ, ਅਗਲੇ ਨੂੰ ਲੱਗਦਾ ਉਹ ਲੈਂਦਾ ਨਹੀਂ। ਕਹਿਣ ਲੱਗੇ ਤੂੰ ਇਹ ਨਾ ਕਹਿ ਥੋੜੇ ਨੇ, ਮੈਂ ਹੋਰ ਲਿਆ ਦਿੰਦਾ ਤੈਨੂੰ। ਕਹਿਣ ਲੱਗੀ ਨਹੀਂ, ਅੱਜ ਕੁਝ ਨਹੀਂ ਚਾਹੀਦਾ, ਉਹ ਮਿਲ ਗਿਆ ਜਿਹੜਾ ਜਦੋਂ ਆ ਜਾਵੇ ਫਿਰ ਹੋਰ ਚੀਜ਼ ਦੀ ਲੋੜ ਨਹੀਂ ਪੈਂਦੀ, ਜਿਹਨੂੰ ਸਬਰ ਤੇ ਆਪਾਂ ਰੱਜ ਕਹਿੰਦੇ ਆ। ਬਿਨਾਂ ਸੰਤੋਖ ਨਹੀਂ ਕੋ ਰਾਜੈ। ਤੁਹਾਡੇ ਪੁੱਤਰ ਦੇ ਦੀਦਾਰ ਕਰਕੇ ਦੌਲਤਾਂ ਦਾਈ ਕਹਿੰਦੀ ਮੈਨੂੰ ਰੱਜ ਆ ਗਿਆ ਹੈ, ਹੋਰ ਕੋਈ ਤਮੰਨਾ ਨਹੀਂ ਅੰਦਰ, ਚਾਹਤ ਨਹੀਂ ਹੈ ਅੰਦਰ ਰਹੀ। ਐਸੇ ਗੁਰੂ ਨਾਨਕ ਜੀ ਦੇ ਦਰਸ਼ਨ ਜੇ ਪੁੱਛਿਆ ਜਾਵੇ, ਗੁਰਬਾਣੀ ਅਨੁਸਾਰ ਪੁੱਛਣਾ ਹੋਵੇ ਤੇ ਕਹਿਣਾ ਪਵੇਗਾ ਦੌਲਤਾਂ ਦਾਈ ਨੂੰ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨ। ਗੁਰੂ ਨਾਨਕ ਜੀ ਦੇ ਜਦੋਂ ਮੈਂ ਦਰਸ਼ਨ ਕੀਤੇ, ਉਹ ਵੇਲਾ, ਉਹ ਘੜੀਆਂ ਸਫਲ ਹੋ ਗਈਆਂ। ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਭਾਵੇਂ ਰਾਤ ਸੀ ਉਹ, ਪਰ ਮੇਰੀ ਜ਼ਿੰਦਗੀ ਦੇ ਵਿੱਚ ਚਾਨਣ ਹੋ ਗਿਆ, ਮੇਰੇ ਦਿਲ ਵਿੱਚ ਚਾਨਣ ਹੋ ਗਿਆ, ਢਿੱਡ ਦੇ ਵਿੱਚ ਪ੍ਰਕਾਸ਼ ਹੋ ਗਿਆ। ਬੱਚਿਆਂ ਦੇ ਜਣੇਪੇ ਮੈਂ ਬੜੇ ਕਰਵਾਏ, ਸਾਰੇ ਰੋਂਦੇ ਹੀ ਆਉਂਦੇ ਨੇ। ਇਹ ਤੁਹਾਡਾ ਜਿਹੜਾ ਬੱਚਾ ਹੱਸਦਾ ਹੋਇਆ ਆਇਆ, ਉਹਦੀ ਮੁਸਕਰਾਹਟ ਦੇ ਨਾਲ ਜੋ ਮੈਨੂੰ ਮਿਲਿਆ, ਉਹ ਇਹਨਾਂ ਪੈਸਿਆਂ 'ਚੋਂ ਕਦੇ ਵੀ ਨਹੀਂ ਮਿਲ ਪਾਵੇਗਾ, ਇਹ ਆਖਿਆ ਸੀ। ਫਿਰ ਗੁਰੂ ਨਾਨਕ ਜੀ ਦੇ ਜਦੋਂ ਨਾਮ ਦੀ ਗੱਲ ਆਉਂਦੀ ਹੈ, ਮਾਤਾ ਤ੍ਰਿਪਤਾ ਜੀ ਨੇ 5 ਸਾਲਾਂ ਦੀ ਆਪਣੀ ਪੁੱਤਰੀ ਬੇਬੇ ਨਾਨਕੀ ਜੀ, ਉਹ ਆਪਣੇ ਪਿਤਾ ਦੀ ਉਂਗਲੀ ਫੜ ਕੇ ਆਏ ਨੇ ਅੰਦਰ, ਆਪਣੇ ਵੀਰ ਦੇ ਦਰਸ਼ਨ ਕੀਤੇ ਨੇ ਆ ਕੇ। ਐਸਾ ਚਿਹਰਾ ਉਹਨਾਂ ਦਾ 5 ਸਾਲਾਂ ਦੇ ਸਨ ਤੇ ਗੋਦੀ ਵਿੱਚ ਚੁੱਕ ਕੇ ਮਾਤਾ ਤ੍ਰਿਪਤਾ ਜੀ ਨੇ ਪਾ ਕੇ ਆਖਿਆ ਸੀ
ਇਹ ਨਾਨਕੀ ਦਾ ਵੀਰ ਨਾਨਕ ਹੈ। ਮਾਤਾ ਜੀ ਨੇ ਉਹਨਾਂ ਦਾ ਨਾਮ ਰੱਖਿਆ, ਨਾਨਕਿਆਂ ਨੇ ਨਾਮ ਰੱਖਿਆ ਬੇਬੇ ਨਾਨਕੀ ਜੀ ਦਾ। ਗੁਰੂ ਨਾਨਕ ਜੀ ਦਾ ਨਾਮ ਉਹਨਾਂ ਦੇ ਮਾਤਾ ਤ੍ਰਿਪਤਾ ਜੀ ਨੇ ਰੱਖਿਆ। ਕਹਿੰਦੇ ਇਹ ਨਾਨਕੀ ਦਾ ਵੀਰ ਨਾਨਕ ਹੈ। ਵਿਦਵਾਨਾਂ ਨੇ ਇਹਦੇ ਅਰਥ ਬੜੇ ਹੀ ਅਗੰਮੀ ਬਹੁਤ ਡੂੰਘਾਈਆਂ ਵਿੱਚ ਕੀਤੇ ਨੇ। ਮਸਕੀਨ ਜੀ ਨੇ ਇਹਦੇ ਅਰਥ ਕੀਤੇ ਨੇ, ਤੇ ਭਾਈ ਕਾਹਨ ਸਿੰਘ ਜੀ ਨਾਭਾ ਉਹਨਾਂ ਨੇ ਅਰਥ ਕੀਤੇ ਨੇ, ਭਾਈ ਵੀਰ ਸਿੰਘ ਜੀ ਨੇ ਅਰਥ ਕੀਤੇ ਨੇ। ਕਹਿੰਦੇ ਨੇ ਨਾ ਅਨੇਕ, ਉਹਨੂੰ ਤੋੜ ਕੇ ਪੜ੍ਹਦੇ ਨੇ, ਜਿਹਦੇ ਵਿੱਚ ਅਨੇਕਤਾ ਨਹੀਂ, ਨਾ ਅਨੇਕ, ਜਿਹਦੇ 'ਚ ਏਕਤਾ ਹੀ ਏਕਤਾ ਹੈ। ਜੋ ਇੱਕ ਨੂੰ ਗਾਵੇਗਾ, ਜੋ ਇੱਕ ਨੂੰ ਪੜ੍ਹੇਗਾ, ਇੱਕ ਨੂੰ ਸੁਣਾਵੇਗਾ, ਇੱਕ ਨੂੰ ਗਾਵੇਗਾ, ਇੱਕ ਦੇ ਨਾਲ ਜੋੜੇਗਾ, ਜਿਹਦੇ 'ਚ ਅਨੇਕਤਾ ਨਹੀਂ ਏਕਤਾ ਹੈ। ਨਾ ਅਨੇਕ, ਨਾ ਅਨੇਕ, ਜੋ ਟੁੱਟਿਆਂ ਹੋਇਆਂ ਨੂੰ ਖਿਲਰਿਆਂ ਹੋਇਆਂ ਨੂੰ ਇੱਕ ਕਰੇਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਹਿਲਾ ਅੱਖਰ ਵੀ ਇੱਕ ਹੈ। ਸਾਰੀ ਬਾਣੀ ਇੱਕ ਦੇ ਨਾਲ ਜੋੜਦੀ ਹੈ। ਤੇ ਗੁਰੂ ਨਾਨਕ ਸਾਹਿਬ ਜੀ ਐਸੇ ਨੇ ਜਿਨ੍ਹਾਂ ਨੇ ਉਸ ਵਕਤ ਉਹਨਾਂ ਸਮਿਆਂ 'ਚ ਰੱਬ ਦੇ ਪਿਆਰਿਓ ਮਸਜਿਦ ਨੂੰ ਮੰਦਰ ਦੇ ਨੇੜੇ ਲੈ ਕੇ ਆਂਦਾ, ਜਨੇਊ ਨੂੰ ਸੁੰਨਤ ਦੇ ਨੇੜੇ ਲੈ ਕੇ ਆਂਦਾ, ਪੁਰਾਣ ਨੂੰ ਕੁਰਾਨ ਦੇ ਨੇੜੇ ਲੈ ਕੇ ਆਂਦਾ, ਵਰਤ ਨੂੰ ਰੋਜ਼ਿਆਂ ਦੇ ਨੇੜੇ ਲੈ ਕੇ ਆਂਦਾ। ਗੁਰੂ ਨਾਨਕ ਜੀ ਐਸੇ ਨੇ ਜਿਨ੍ਹਾਂ ਦੇ ਦੋ ਸਾਥੀ, ਮੇਰੇ ਗੁਰੂ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ, ਇੱਕ ਤਾਰ ਪਿਆ ਛੇੜੇ ਚੌਰ, ਦੂਜੇ ਹੱਥ ਫੱਬੇ, ਇੱਕ ਗੰਗਾ ਜਾਣ ਵਾਲਾ, ਦੂਜਾ ਮੱਕੇ ਦਾ ਪੁਜਾਰੀ। ਐਸੇ ਜਿਹੜੇ ਗੁਰੂ ਨਾਨਕ ਜੀ ਦੇ ਸਾਥੀ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਇੱਕ ਹਿੰਦੂ ਹੈ ਇੱਕ ਮੁਸਲਮਾਨ ਹੈ, ਜਿਨ੍ਹਾਂ ਨੂੰ ਸਾਰੀ ਉਮਰ ਨਾਲ ਰੱਖਿਆ। ਪੁੱਛਦੇ ਸੀ ਲੋਕ ਕਿ ਕੌਣ ਨੇ ਤੁਹਾਡੇ ਸੇਵਕ ਨੇ ਜੀ? ਗੁਰੂ ਨਾਨਕ ਜੀ ਕਹਿੰਦੇ ਨਹੀਂ, ਸੇਵਕ ਨਹੀਂ ਨੇ। ਕਿ ਇਹ ਤੁਹਾਡੇ ਚੇਲੇ ਨੇ? ਫਿਰ ਚੇਲੇ ਹੋਣਗੇ, ਤੁਹਾਤੋਂ ਸਿੱਖਦੇ ਹੋਣਗੇ ਕੁਝ, ਨਹੀਂ ਚੇਲੇ ਵੀ ਨਹੀਂ। ਕੌਣ ਨੇ ਫਿਰ ਇਹ ਦੋਨੋਂ? ਆਖਿਆ ਸੀ ਇਹ ਮੇਰੇ ਭਾਈ ਨੇ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਭਰਾ ਨੇ ਮੇਰੇ। ਇਹ ਭਾਈ ਦੇ ਅਰਥ ਹੁੰਦੇ ਨੇ ਭਰਾ। ਇਤਨਾ ਪਿਆਰ ਕੀਤਾ ਹੈ ਉਹਨਾਂ ਨੇ। ਅੱਜ ਉਹ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਹੋਇਆ ਤੇ ਬੇਬੇ ਨਾਨਕੀ ਜੀ ਝੋਲੀ ਵਿੱਚ ਪਾ ਕੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਨਾਨਕੀ ਦਾ ਵੀਰ ਨਾਨਕ ਹੈ। ਬੜੇ ਬੇਬੇ ਨਾਨਕੀ ਜੀ ਖੁਸ਼ ਹੋਏ। ਤੇ ਇੱਕ ਕਵੀ ਨੇ ਬੜਾ ਸੋਹਣਾ ਉਚਾਰਨ ਕੀਤਾ ਹੈ, ਬਹੁਤ ਹੀ ਜ਼ਿਆਦਾ ਅਗੰਮੀ ਰਸ ਦੇ ਵਿੱਚ। ਕਹਿੰਦੇ ਨੇ ਕੱਤ ਕਾ ਪੂਤ ਸਲ ਕਾ ਪਿਤਾ, ਬਨ ਕਾ ਭਾਈ ਸਭੈ ਜਗ ਗਾਇਓ, ਮਰਬ ਕਾ ਰੱਬ ਪੰਮ ਕਾ ਗੁਰੂ, ਤੀਨ ਸੱਸੇ ਜਿਸ ਸੀਸ ਝੁਕਾਇਓ, ਤੀਨ ਦੱਦੇ ਪਗ ਚਾਟਤ ਜਾ ਕੈ, ਜਾ ਕਾ ਰਦ ਨੇ ਭੈ ਪੀ ਗਾਇਓ, ਸਤ ਸਤ ਕਾ ਮਾਲਕ ਬਾਲਮ, ਨਾਨਕ ਖਾਲਕ ਬਨ ਕੇ ਆਇਓ। ਕਵੀ ਬਾਲਮ ਜੀ ਲਿਖਦੇ ਨੇ, ਕਹਿੰਦੇ ਨੇ ਕੱਤ ਕਾ ਪੂਤ, ਕੱਤ ਕਾ ਕੱਕਾ ਤੱਤਾ, ਕੱਤ ਕਾ ਪੂਤ, ਭਾਵ ਕਿ ਪਹਿਲੇ ਕੱਕੇ ਦੇ ਅਰਥ ਨੇ ਪਿਤਾ ਕਲਿਆਣ ਚੰਦ ਜੀ, ਕੱਤ ਤੱਤੇ ਦੇ ਅਰਥ ਨੇ ਤ੍ਰਿਪਤਾ ਜੀ। ਕੌਣ ਆਏ ਨੇ? ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ, ਉਹਨਾਂ ਦਾ ਪੁੱਤਰ ਆਇਆ ਹੈ ਦੁਨੀਆ ਨੂੰ ਤਾਰਨ ਵਾਸਤੇ। ਫਿਰ ਸਲ ਕਾ ਪਿਤਾ, ਸੱਸਾ ਤੇ ਲੱਲਾ, ਸਲ ਕਾ ਪਿਤਾ ਸ਼੍ਰੀ ਚੰਦ ਜੀ, ਲੱਲੇ ਦੇ ਅਰਥ ਨੇ ਲਖਮੀ ਦਾਸ ਜੀ। ਸਲ ਕਾ ਪਿਤਾ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਚੰਦ ਜੀ, ਉਹਨਾਂ ਦੇ ਪਿਤਾ ਜੀ ਆਏ ਨੇ ਅੱਜ। ਕੱਲ ਤਾਰਨ ਗੁਰੂ ਨਾਨਕ ਆਇਆ। ਬਨ ਕਾ ਭਾਈ, ਬੱਬਾ ਤੇ ਨੰਨਾ, ਬਨ ਕਾ ਭਾਈ, ਬੇਬੇ ਨਾਨਕੀ ਦਾ ਭਾਈ, ਭਾਈ ਦੇ ਅਰਥ ਨੇ ਵੀਰ। ਅੱਜ ਬੇਬੇ ਨਾਨਕੀ ਦਾ ਵੀਰਾ ਆਇਆ ਹੈ। ਸਭੈ ਜਗ ਗਾਇਓ, ਇਹਦੀ ਸਾਰੀ ਦੁਨੀਆ ਨੇ ਸੋਭਾ ਕੀਤੀ ਹੈ। ਸਾਰੇ ਵਿਸ਼ਵ ਵਿੱਚ ਗੁਰੂ ਨਾਨਕ ਜੀ ਦਾ ਆਗਮਨ ਪੁਰਬ ਦੇਸ਼ਾਂ 'ਚ ਵਿਦੇਸ਼ਾਂ 'ਚ ਮਨਾਇਆ ਜਾਂਦਾ ਹੈ ਪਿਆਰਿਓ। ਤੇ ਅੱਗੇ ਹੈ ਮਰਬ ਕਾ ਰੱਬ, ਮਰਬ ਕਾ ਰੱਬ, ਮੰਮਾ ਰਾਰਾ ਬੱਬਾ। ਮੰਮੇ ਦੇ ਅਰਥ ਨੇ ਭਾਈ ਮਰਦਾਨਾ ਜੀ, ਰਾਰੇ ਦੇ ਅਰਥ ਨੇ ਰਾਏ ਬੁਲਾਰ ਜੀ, ਬੱਬੇ ਦੇ ਅਰਥ ਨੇ ਭਾਈ ਬਾਲਾ ਜੀ। ਮਰਬ ਕਾ ਰੱਬ, ਭਾਈ ਮਰਦਾਨਾ ਜੀ, ਭਾਈ ਰਾਏ ਬੁਲਾਰ,
ਭਾਈ ਬਾਲਾ ਜੀ ਕਾ ਰੱਬ ਆਇਆ ਹੈ, ਉਹਨਾਂ ਦਾ ਰੱਬ ਹੈ। ਪੰਮ ਕਾ ਗੁਰੂ, ਬਹੁਤ ਸੋਹਣੀ ਕਵਿਤਾ ਹੈ। ਪੰਮ ਕਾ ਗੁਰੂ, ਪੱਪਾ ਤੇ ਮੰਮਾ, ਪੰਡਿਤ ਤੇ ਮੌਲਵੀ। ਪੱਪੇ ਦੇ ਅਰਥ ਨੇ ਪੰਡਿਤ, ਮੰਮੇ ਦੇ ਅਰਥ ਆ ਮੌਲਵੀ। ਇਹਨਾਂ ਨੂੰ ਪੜ੍ਹਾਉਣ ਵਾਲੇ, ਪਾਂਧੇ ਨੂੰ ਗੁਰੂ ਨਾਨਕ ਸਾਹਿਬ ਨੇ ਪੜ੍ਹਾਇਆ ਸੀ। ਪਾਂਧੇ ਨੇ ਆਖਿਆ ਸੀ ਇਸ ਬੱਚੇ ਤੋਂ ਪਟਵਾਰੀ ਸਾਹਿਬ ਜੀ ਪੜ੍ਹਿਆ ਜਾ ਸਕਦਾ, ਪੜ੍ਹਾਇਆ ਨਹੀਂ ਜਾ ਸਕਦਾ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪੱਟੀ ਲਿਖੀ ਆ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਫੱਟੀ ਲੈ ਕੇ ਚਲੇ ਗਏ ਉੱਥੇ ਜਿੱਥੇ ਪਾਂਧਾ ਜੀ ਪੜ੍ਹਾਉਂਦੇ ਸੀ, ਗੋਪਾਲ ਪਾਂਧਾ ਜੀ, ਤੇ ਫੱਟੀ ਤੇ ਲਿਖਣ ਲੱਗੇ ਊੜਾ ਲਿਖਿਆ। ਕਹਿੰਦੇ ਪੰਡਿਤ ਜੀ, ਪਾਂਧਾ ਜੀ, ਊੜੇ ਦੇ ਅਰਥ ਕੀ ਹੁੰਦੇ ਨੇ? ਕਹਿਣ ਲੱਗੇ ਨਾਨਕ, ਊੜੇ ਦੇ ਕੋਈ ਅਰਥ ਨਹੀਂ ਹੁੰਦੇ, ਅੱਖਰ ਜੁੜਦੇ ਨੇ ਫਿਰ ਅਰਥ ਬਣਦੇ ਨੇ। ਕਹਿੰਦੇ ਸੀ ਇਹ ਬੇਮਾਇਨੀ ਹੈ ਫਿਰ ਵਿਦਿਆ, ਕੱਲੇ ਊੜੇ ਦੇ ਅਰਥ ਕੋਈ ਨਹੀਂ। ਕਹਿੰਦੇ ਹਾਂ, ਅੱਖਰ ਜੁੜਨਗੇ ਫੇਰ ਕੋਈ ਅਰਥ ਨਿਕਲੇਗਾ। ਕਹਿੰਦੇ ਨਹੀਂ, ਅਰਥ ਬਣ ਸਕਦੇ ਨੇ ਪਾਂਧਾ ਜੀ। ਊੜੇ ਤੋਂ ਲਿਆ ਜਾ ਸਕਦਾ ਭਾਵ ਉਪਮਾ। ਊੜੇ ਉਪਮਾ ਤਾਂ ਕੀ ਕੀਜੈ, ਉਪਮਾ ਕਰੋ ਉਸ ਅਕਾਲ ਦੀ, ਵਾਹਿਗੁਰੂ ਦੀ, ਬਣਾਉਣ ਵਾਲੇ ਦੀ, ਦੁਨੀਆ ਨੂੰ ਸਾਜਣ ਵਾਲੇ ਦੀ। ਸੱਸੇ ਤੋਂ ਭਾਵ ਲਓ ਸਿਰਜਣਹਾਰ ਦੀ, ਜਿਹਨੇ ਸਾਨੂੰ ਬਣਾਇਆ ਹੈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਪਾਂਧੇ ਨੂੰ ਪੜ੍ਹਾਇਆ। ਪੰਮ ਕਾ ਗੁਰੂ, ਪੱਪਾ ਹੈ ਪੰਡਿਤ, ਮੰਮਾ ਹੈ ਮੌਲਵੀ। ਮੌਲਵੀ ਸਾਹਿਬ ਨੂੰ ਵੀ ਪੜ੍ਹਾਇਆ, ਅਲਫ ਦੇ ਅੱਖਰ ਦੱਸੇ ਨੇ। ਪੰਮ ਕਾ ਗੁਰੂ, ਤੀਨ ਸੱਸੇ ਜਿਨ ਸੀਸ ਝੁਕਾਇਓ। ਤਿੰਨ ਸੱਸਿਆਂ ਨੇ ਗੁਰੂ ਨਾਨਕ ਜੀ ਨੂੰ ਸੀਸ ਝੁਕਾਇਆ। ਉਹ ਕਿਹੜੇ ਸੱਸੇ ਨੇ? ਸ਼ੇਸ਼ ਨਾਗ ਤੇਰੋ ਮਰਮ ਨਾ ਜਾਣਾ। ਸ਼ੇਸ਼ ਨਾਗ ਹੈ ਪਹਿਲਾ ਸੱਸਾ। ਦੂਜਾ ਸੱਸਾ ਹੈ ਇਹ ਸਾਰੀ ਸ੍ਰਿਸ਼ਟੀ ਕਾਇਨਾਤ ਜਿਹੜੀ ਆ ਪਿਆਰਿਓ, ਇਹਨੇ ਸੀਸ ਝੁਕਾਇਆ। ਤੇ ਤੀਜਾ ਸੱਸਾ ਹੈ ਸੱਸ। ਸੱਸ ਦੇ ਅਰਥ ਹੁੰਦੇ ਨੇ ਚੰਦਰਮਾ। ਚੰਦਰਮਾ ਕੱਤਕ ਦਾ ਪੁੰਨਿਆ ਵਾਲਾ ਚੰਦਰਮਾ। ਉਹਨੇ ਗੁਰੂ ਨਾਨਕ ਜੀ ਨੂੰ ਮੱਥਾ ਟੇਕਿਆ, ਨਤਮਸਤਕ ਹੋਇਆ ਹੈ। ਤੀਨ ਦੱਦੇ ਪੱਗ ਚਾਟਤ ਜਾ ਕੇ, ਤਿੰਨ ਦੱਦਿਆਂ ਨੇ ਵੀ ਮੱਥਾ ਟੇਕਿਆ। ਕਿਹੜੇ ਨੇ? ਦੱਦਾ ਦੇਵਤੇ, ਪਹਿਲਾ ਦੱਦਾ। ਦੂਜਾ ਦੱਦਾ ਹੈ ਦੇਵੀਆਂ। ਤੀਜਾ ਦੱਦਾ ਹੈ ਦੈਂਤ ਜਿਹੜੇ ਨੇ, ਉਹਨਾਂ ਨੇ ਵੀ ਮੱਥਾ ਟੇਕਿਆ ਗੁਰੂ ਨਾਨਕ ਜੀ ਨੂੰ। ਜਾ ਕਾ ਰੱਦ ਨਹਿ ਭੀ ਪੈ ਗਾਇਓ। ਰੱਦ ਦੇ ਅਰਥ ਹੁੰਦੇ ਨੇ ਦਿਨ ਤੇ ਰਾਤ। ਦਿਨ ਤੇ ਰਾਤ ਵੀ ਗੁਰੂ ਨਾਨਕ ਜੀ ਨੂੰ ਕਹਿੰਦੇ ਨੇ। ਜਿਉਂ ਮਹਿੰਦੀ ਕੇ ਪਾਤ ਮੇਂ ਪਾਤ, ਪਾਤ ਮੇਂ ਪਾਤ, ਗੁਰੂ ਨਾਨਕ ਕੀ ਬਾਤ ਮੇਂ ਬਾਤ, ਬਾਤ ਮੇਂ ਬਾਤ। ਬੇਰੀ ਹੇਠ ਬੈਠੇ ਗੁਰੂ, ਬੇਰੀ ਵੀ ਨਿਹਾਲ ਹੋਈ। ਰੀਠੇ ਵੱਲ ਡਿੱਠਾ, ਰੀਠਾ ਮਿੱਠਾ ਹੋ ਜਾਮਦਾ। ਅੱਕਾਂ ਦੀਆਂ ਖਖੜੀਆਂ ਨੂੰ ਵੇਖ ਕੇ ਨਿਹਾਲ ਕੀਤਾ। ਅੰਬ ਅਨਾਰ ਮਰਦਾਨਾ, ਤੋੜ ਤੋੜ ਖਾਮਦਾ। ਕਿੱਕਰਾਂ ਤੋਂ ਮਠਿਆਈਆਂ ਝਾੜੀਆਂ ਮੇਰੇ ਸਤਿਗੁਰਾਂ। ਨਿੰਮ ਦੀਆਂ ਪੱਤੀਆਂ ਚੋਂ ਮਿੱਠਾ ਰਸ ਆਮਦਾ। ਜੱਟ ਤਾਰੇ ਭੱਟ ਤਾਰੇ, ਤੂੰ ਤਰ ਜਾਵੇਂ ਮਨਾ ਸ਼ਰਨ ਕਿਉਂ ਨਹੀਂ ਆਮਦਾ। ਜੱਟ ਤਾਰੇ ਭੱਟ ਤਾਰੇ, ਲੱਕੜੀ ਦੇ ਕੱਟ ਤਾਰੇ, ਤੂੰ ਤਰ ਜਾਵੇਂ ਮਨਾ ਸ਼ਰਨ ਕਿਉਂ ਨਹੀਂ ਆਮਦਾ। ਤੀਨ ਦੱਦੇ ਪੱਗ ਚਾਟਤ ਜਾ ਕੇ, ਜਾ ਕਾ ਰਦ ਨੇ ਪੈ ਪੀ ਗਾਇਓ। ਸਤ ਸਤ ਕਾ ਮਾਲਕ ਬਾਲਮ। ਬਾਲਮ ਕਵੀ ਜੀ ਕਹਿੰਦੇ ਗੁਰੂ ਨਾਨਕ ਜੀ ਸੱਚ ਦਾ ਮੁਨਾਰਾ ਨੇ, ਖੁਦ ਖੁਦਾ ਨੇ, ਨਾਨਕ ਖਾਲਕ ਬਣ ਕੇ ਆਇਓ। ਇਹ ਦੁਨੀਆ ਨੂੰ ਤਾਰਨ ਲਈ ਪਰਮਾਤਮਾ ਆ ਗਿਆ ਹੈ, ਰੱਬ ਜੀ ਆ ਗਏ ਨੇ ਰਾਏ ਭੋਏ ਦੀ ਤਲਵੰਡੀ ਤੇ, ਜਿਨ੍ਹਾਂ ਦਾ ਆਗਮਨ ਹੋਇਆ। ਸੋ ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਖੁਸ਼ੀਆਂ ਬਣੀਆਂ। ਰਾਏ ਬਲਾਰ ਜੀ ਨੇ ਉਹਨਾਂ ਦੇ ਆ ਕੇ ਦੀਦਾਰੇ ਕੀਤੇ। ਫਿਰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚ ਇਤਨੀਆਂ ਸਾਖੀਆਂ ਨੇ, ਇਤਨੀਆਂ ਸਾਖੀਆਂ ਨੇ, ਉਹਨੂੰ 1-2 ਘੰਟਿਆਂ ਵਿੱਚ ਕਹਿਣਾ ਬੜਾ ਮੁਸ਼ਕਲ ਹੋ ਜਾਂਦਾ। ਤਾਂ ਮੈਂ ਉਹਨਾਂ ਦਾ ਇਹ ਵਾਲਾ ਵਿਸ਼ਾ ਲਿਆ ਹੈ ਕਿ ਜਦੋਂ ਆਗਮਨ ਪੁਰਬ ਹੋਇਆ ਉਦੋਂ ਕਿੱਦਾਂ ਦਾ ਮਾਹੌਲ ਸੀ। 8 ਦੀਵਿਆਂ ਦਾ ਮੱਧਮ ਹੋਣਾ, ਗੁਰੂ ਨਾਨਕ ਜੀ ਦੇ ਚਿਹਰੇ ਦੀ ਮੁਸਕਰਾਹਟ, ਦਾਈ ਦੌਲਤਾਂ ਦਾ ਰੱਜ ਜਾਣਾ, ਤੇ ਉਸ ਤੋਂ ਬਾਅਦ ਰਾਏ ਬਲਾਰ ਜੀ ਦੇ ਆ ਕੇ ਦਰਸ਼ਨ ਕਰਨੇ, ਪਟਵਾਰੀ ਸਾਹਿਬ ਪਿਤਾ ਜੀ ਨੂੰ ਵਧਾਈਆਂ ਮਿਲਣੀਆਂ, ਬੇਬੇ ਨਾਨਕੀ ਜੀ ਦੀ ਝੋਲੀ ਦੇ ਵਿੱਚ
ਗੁਰੂ ਨਾਨਕ ਸਾਹਿਬ ਜੀ ਨੂੰ ਗੋਦ ਵਿੱਚ ਰੱਖ ਕੇ ਮਾਤਾ ਤ੍ਰਿਪਤਾ ਜੀ ਦਾ ਕਹਿਣਾ ਕਿ ਇਹ ਨਾਨਕੀ ਦਾ ਵੀਰ ਨਾਨਕ ਹੈ, ਨਾਨਕ ਹੈ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਬੱਚਿਆਂ ਵਿੱਚ ਖੇਡਦੇ ਨੇ। ਇਤਿਹਾਸਕਾਰ ਇਹ ਵੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਕਦੇ ਰੋ ਕੇ, ਜਿੱਦਾਂ ਬੱਚੇ ਦੁੱਧ ਮੰਗਦੇ ਨੇ ਮਾਂ ਤੋਂ, ਮੰਗਿਆ ਨਹੀਂ ਇੱਦਾਂ ਕਦੇ ਵੀ। ਜਿਤਨਾ ਮਾਤਾ ਜੀ ਨੇ ਪਿਲਾ ਦੇਣਾ ਉਹਦੇ ਵਿੱਚ ਉਹਨਾਂ ਸਬਰ ਕਰਨਾ। ਬੱਚਿਆਂ ਵਿੱਚ ਖੇਡਣਾ, ਸਤਨਾਮ ਸਤਨਾਮ ਜਪਣਾ। ਦੁਨੀਆ ਦੇ ਲੋਕ, ਕਬੀਰ ਸਾਹਿਬ ਜੀ ਕਹਿੰਦੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਣ ਰਾਮ ਖਿਲਾਉਣਾ ਜਾਨਾ। ਦੁਨੀਆ ਦੇ ਲੋਕ ਪਤਾ ਕੀ ਕਰਦੇ ਨੇ, ਧਰਮ ਨੂੰ ਖੇਡ ਬਣਾ ਦਿੰਦੇ ਨੇ, ਖੇਡ ਬੱਚਿਆਂ ਦੀ ਖੇਡ ਬਣਾ ਦਿੰਦੇ ਨੇ। ਗੁਰੂ ਨਾਨਕ ਜੀ ਜਦੋਂ ਬੱਚਿਆਂ 'ਚ ਖੇਡੇ, ਖੇਡ ਨੂੰ ਧਰਮ ਬਣਾਇਆ ਉਹਨਾਂ ਨੇ। ਬੱਚਿਆਂ 'ਚ ਖੇਡਦੇ ਨੇ, ਅੱਖਾਂ ਮੀਟ ਕੇ ਉਹਨਾਂ ਨੂੰ ਬਹਾ ਲੈਂਦੇ ਨੇ। ਸਤਨਾਮ ਸਤਨਾਮ ਪੜ੍ਹ ਮੰਤਰ ਸੁਣਾਇਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਅਜਿਹੇ ਕੌਤਕ ਕੀਤੇ ਜਿਨ੍ਹਾਂ ਦਾ ਕੋਈ ਬਦਲ ਹੀ ਹੈ ਨਹੀਂ ਦੁਨੀਆ 'ਚ। ਜਿਵੇਂ ਹਰ ਚੀਜ਼ ਦਾ ਬਦਲ ਹੁੰਦਾ ਨਾ, ਪਰ ਗੁਰੂ ਨਾਨਕ ਜੀ ਦੇ ਜੀਵਨ ਦਾ ਕੋਈ ਵੀ ਬਦਲ ਨਹੀਂ ਹੈ, ਕੋਈ ਵੀ। ਇਤਨਾ ਉਹਨਾਂ ਨੇ ਪਿਆਰ ਵੰਡਿਆ। 20 ਰੁਪਈਏ 20 ਰਜਤਪਣ ਕਰੰਸੀ ਚੱਲਦੀ ਸੀ ਉਦੋਂ, ਪਿਤਾ ਜੀ ਨੇ ਦਿੱਤਾ ਤੇ ਸੱਚਾ ਸੌਦਾ ਕਰਨ ਲਈ ਕਿ ਤੂੰ ਚੂੜਕਾਣੇ ਦੀ ਮੰਡੀ ਵਿੱਚੋਂ ਚੀਜ਼ਾਂ ਸਸਤੇ ਪਾ ਲਿਆ ਕੇ ਮਹਿੰਗੇ ਪਾ ਇੱਥੇ ਵੇਚਦੀ। ਇੱਦਾਂ ਹੀ ਵਪਾਰ ਚੱਲਦਾ ਹੈ ਨਾ, ਤੇ ਮੁਨਾਫਾ ਹੋਏਗਾ, ਫਿਰ ਮੁਨਾਫੇ 'ਚੋਂ ਹੋਰ ਚੀਜ਼ਾਂ ਲਿਆ ਕੇ ਫਿਰ ਵੇਚਦੀ, ਵੱਡੀ ਦੁਕਾਨ ਬਣ ਜੇਗੀ। ਸੰਤ ਰੇਣ ਜੀ ਉੱਥੇ ਬੈਠੇ ਸੀ, ਜਿਨ੍ਹਾਂ ਨੇ ਕਈ ਦਿਨਾਂ ਤੋਂ ਭੋਜਨ ਨਹੀਂ ਸੀ ਛਕਿਆ। ਸਾਧੂਆਂ ਦੀ ਇੱਕ ਟੋਲੀ ਸੀ। ਭਾਈ ਬਾਲਾ ਜੀ ਨੂੰ ਆਖਿਆ ਕਿ ਮੰਗਣ ਨਹੀਂ ਜਾਂਦੇ। ਆਖਿਆ ਮੰਗਣ ਕਿਉਂ ਨਹੀਂ ਜਾਂਦੇ? ਕਹਿੰਦੇ ਮੰਗਣ ਦੇ ਨਾਲ ਅਧਿਆਤਮ ਟਿਕਦਾ ਨਹੀਂ ਅੰਦਰ, ਆਤਮਾ ਦੀ ਵਿੱਦਿਆ ਟਿਕੀ ਨਹੀਂ ਰਹਿੰਦੀ। ਮੰਗਣ ਦੇ ਨਾਲ ਇਹ ਖਤਮ ਹੋ ਜਾਂਦੀ ਚੀਜ਼, ਮੰਗ ਨਹੀਂ ਸਕਦੇ। ਜਿਹੜਾ ਆ ਜਾਵੇ ਮਨਾ ਵੀ ਨਹੀਂ ਕਰਦੇ, ਪਰ ਮੰਗਣ ਨਹੀਂ ਜਾਂਦੇ। ਗੁਰੂ ਨਾਨਕ ਜੀ ਨੇ ਉਹਨਾਂ ਨੂੰ ਫਿਰ ਉਹ 20 ਰੁਪਈਆਂ ਦਾ 20 ਰਜਤਪਣ ਕਰੰਸੀ ਸੀ ਉਦੋਂ, ਭੋਜਨ ਛਕਾਇਆ। ਉਹ ਲੰਗਰ ਅੱਜ ਆਪਾਂ ਅਖੰਡ ਪਾਠ ਸਾਹਿਬ ਤੋਂ ਬਾਅਦ ਛਕ ਚੁੱਕੇ ਹਾਂ। ਦੁਨੀਆ ਦੇ ਕੋਨੇ-ਕੋਨੇ ਵਿੱਚ ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਜਦੋਂ ਸਾਡਾ ਚੱਲਿਆ, ਉਹਦੇ ਵਿੱਚ ਉਹੀ ਲੰਗਰ 20 ਰੁਪਈਆਂ ਵਾਲਾ ਸੀ ਪਿਆਰਿਓ, ਜਿਹਦੇ ਵਿੱਚ ਲੱਖਾਂ ਹੀ ਕਿਸਾਨ ਵੱਡੀ ਗਿਣਤੀ ਵਿੱਚ ਪ੍ਰਸ਼ਾਦਾ ਛਕਦੇ ਰਹੇ। ਸਰਕਾਰਾਂ ਵੀ ਸੋਚਦੀਆਂ ਰਹੀਆਂ ਕਿ ਇਹ ਸਭ ਕਿੱਥੋਂ ਆਉਂਦਾ ਹੈ। ਇਹ ਗੁਰੂ ਨਾਨਕ ਦੀ ਰਹਿਮਤ ਹੈ ਪਿਆਰਿਓ। ਇਹੀ ਗੁਰੂ ਨਾਨਕ ਜੀ ਦੀਆਂ ਅਸੀਸਾਂ ਨੇ। ਸਤਿਗੁਰੂ ਜੀ ਕਿਤੇ ਵੀ ਨਹੀਂ ਗਏ, ਇੱਥੇ ਹੀ ਸਾਡੇ ਵਿੱਚ ਹਾਜ਼ਰ ਹਨ। ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਗੁਰੂ ਨਾਨਕ ਜੀ ਕਹਿੰਦੇ ਅਸੀਂ ਆਪ ਉੱਥੇ ਹਾਂ। ਜੇਲ੍ਹ ਵਿੱਚ ਕੈਦੀ ਵੀ ਹੁੰਦੇ ਨੇ, ਜੇਲ੍ਹ ਵਿੱਚ ਜੇਲਰ ਵੀ ਹੁੰਦਾ, ਪਰ ਕੈਦੀ ਬੰਧਨਾਂ 'ਚ ਹੁੰਦੇ ਨੇ ਪਿਆਰਿਓ। ਜੇਲਰ ਜਿਹੜਾ ਬੰਧਨਾਂ 'ਚ ਨਹੀਂ ਹੁੰਦਾ, ਮਰਜ਼ੀ ਨਾਲ ਆਉਂਦਾ ਹੈ, ਮਰਜ਼ੀ ਨਾਲ ਜਾਂਦਾ ਹੈ। ਗੁਰੂ ਨਾਨਕ ਜੀ ਨੂੰ ਐਸਾ ਹੀ ਜਾਣੋ। ਫਿਰ ਉਹਨਾਂ ਨੇ ਉਸ ਤੋਂ ਬਾਅਦ 20 ਰੁਪਈਆਂ ਦਾ ਜਦੋਂ ਸੱਚਾ ਸੌਦਾ ਕੀਤਾ, ਉਸ ਤੋਂ ਬਾਅਦ ਥੋੜ੍ਹੀਆਂ ਝੜਕਾਂ ਵੀ ਖਾਧੀਆਂ ਨੇ। ਪਿਤਾ ਜੀ ਨੇ ਇਤਿਹਾਸਕਾਰ ਦੱਸਦੇ ਨੇ ਕਿ ਚਪੇੜਾਂ ਵੀ ਮਾਰੀਆਂ ਸਨ। ਬੇਬੇ ਨਾਨਕੀ ਜੀ ਅੱਗੇ ਹੋ ਗਏ। ਆਖਿਆ ਸੀ ਪਿਤਾ ਜੀ ਮਾਰਦੇ ਕਿਉਂ ਮੇਰੇ ਵੀਰ ਨੂੰ? ਆਖਿਆ ਸੀ ਇਹਦੇ ਕੰਮ ਹੀ ਇੱਦਾਂ ਦੇ ਨੇ, 20 ਰੁਪਈਏ ਉਜਾੜ ਦਿੱਤੇ ਇਹਨੇ, ਖਰਾਬ ਕਰ ਦਿੱਤੇ। ਇਤਨਾ ਪੈਸਾ ਉਹਨਾਂ ਸਮਿਆਂ 'ਚ ਕਹਿੰਦੇ ਖਰਾਬ ਕਰ ਦਿੱਤਾ ਇਸ ਨੇ, ਸਮਝਦਾ ਨਹੀਂ। ਪਾਂਦੇ ਪਾਸ ਭੇਜਿਆ, ਪੜ੍ਹਿਆ ਨਹੀਂ। ਮੌਲਵੀ ਕੋਲ ਵੀ ਭੇਜਿਆ, ਪੜ੍ਹਿਆ ਨਹੀਂ। ਮੱਝਾਂ ਚਰਾਉਣ ਭੇਜਿਆ, ਦੇਖਦੇ ਹਾਂ ਕਿ ਉਜਾੜ ਕੇ ਆ ਗਿਆ ਖੇਤ, ਲਾਂਭੇ ਆਉਂਦੇ ਨੇ। ਇੱਦਾਂ ਕਰਦਾ ਹੈ, ਅੱਖਾਂ ਮੀਟ ਕੇ ਬਹਿ ਜਾਂਦਾ ਹੈ। ਤਾਂ ਆਖਿਆ ਸੀ ਤੂੰ ਇਹਦੀ ਸਾਈਡ ਲੈਣੀ ਹੈ, ਤੂੰ ਇਹਦਾ ਪੱਖ ਕਰਦੀ ਹੈ। ਨਾਨਕੀ ਨੂੰ ਆਖਿਆ ਸੀ ਪਿਤਾ ਜੀ ਘਰ ਵਿੱਚੋਂ ਕੋਈ ਪੱਖ ਨਹੀਂ ਕਰਦਾ ਤੇ ਮੈਂ ਕਰਦੀ ਹਾਂ, ਤੁਸੀਂ ਵੀਰੇ ਨੂੰ ਮਾਰਿਆ ਨਾ ਕਰੋ। ਲੜਾਈ ਬਲਾਰ ਜੀ ਬੜੇ ਨਾਰਾਜ਼ ਹੋਏ ਸੀ। ਪਟਵਾਰੀ ਸਾਹਿਬ ਜੀ ਕਹਿੰਦੇ 20 ਰੁਪਈਆਂ ਪਿੱਛੇ ਆਪਣੇ ਬੱਚੇ ਨੂੰ ਮਾਰਿਆ, ਦੱਸੋ ਕਿੰਨੇ ਚਾਹੀਦੇ ਨੇ?
ਪਿਤਾ ਜੀ ਨੂੰ ਸਾਰੀ ਉਮਰ ਇਉਂ ਜਾਪਦਾ ਰਿਹਾ, ਮੋਹ ਸੀ ਮਾਇਆ ਪਾ ਦਿੱਤੀ ਕਿ ਤੁਹਾਨੂੰ ਹੋਇਆ ਕੀ ਆ ਨਵਾਬ ਸਾਹਿਬ ਜੀ, ਇਹ ਬੱਚੇ ਵਿੱਚ ਤੁਹਾਨੂੰ ਦਿਖਦਾ ਕੀ ਆ, ਕੀ ਹੈ ਇਸ ਬੱਚੇ 'ਚ ਜਿਹਦੀ ਖਾਤਰ ਨੁਕਸਾਨ ਇਹ ਕਰੇ ਤੇ ਭਰੋਂ ਤੁਸੀਂ। ਕਹਿੰਦੇ ਸੀ ਤੁਸੀਂ ਪਿਤਾ ਹੋ, ਤੁਹਾਨੂੰ ਨਹੀਂ ਕੁਝ ਦਿਖੇਗਾ। ਜੋ ਮੈਂ ਦੇਖਿਆ ਹੈ ਸਰਪ ਦੀ ਛਾਂ ਕਰਦਿਆਂ ਇਹਨਾਂ ਦੇ ਸੀਸ ਉੱਪਰ ਜਦੋਂ ਧੁੱਪ ਪੈ ਰਹੀ ਸੀ ਤੇ ਸੱਪ ਨੇ ਛਾਂ ਕੀਤੀ ਹੈ ਕਿਵੇਂ ਫਨ ਖਿਲਾਰ ਕੇ, ਇਹ ਕੌਤਕ ਰਾਏ ਵਿਲਾਰ ਜੀ ਕਹਿੰਦੇ ਮੈਂ ਹੁੰਦੇ ਦੇਖੇ ਨੇ, ਤੁਸਾਂ ਨਹੀਂ ਦੇਖੇ। ਮੈਂ ਜਾਣਦਾ ਹਾਂ ਕਿ ਆਮ ਬੱਚਾ ਨਹੀਂ, ਤੁਹਾਡੇ ਲਈ ਆਮ ਹੈ। ਜੋ ਇਹ ਨੁਕਸਾਨ ਕਰੇਗਾ ਇਹਨੂੰ ਕੁਝ ਨਹੀਂ ਕਹਿਣਾ, ਮੈਨੂੰ ਆ ਕੇ ਦੱਸਣਾ ਹੈ। ਤਾਂ ਰਾਏ ਭੋਏ ਦੀ ਜਿਹੜੇ ਉੱਥੇ ਦੇ ਤਲਵੰਡੀ ਦੇ ਨਵਾਬ ਸਾਹਿਬ ਸਨ, ਰਾਜੇ ਸਨ, ਉਹਨਾਂ ਫਿਰ ਇੱਦਾਂ ਆਖਿਆ ਸੀ। ਫਿਰ ਹੌਲੀ ਹੌਲੀ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਬੇਬੇ ਨਾਨਕੀ ਜੀ ਦੇ ਨਾਲ ਚਲੇ ਗਏ, ਭਾਈਆ ਜੈ ਰਾਮ ਜੀ ਦੇ ਪਾਸ। ਉੱਥੇ ਨਵਾਬ ਦੌਲਤ ਖਾਂ ਦੇ ਕੋਲੇ ਇਹਨਾਂ ਨੇ ਨੌਕਰੀ ਕੀਤੀ ਹੈ, ਮੋਦੀ ਦੀ ਕਾਰ ਕੀਤੀ ਹੈ। ਪਹਿਲਾਂ ਵਾਲੇ ਜਿਹੜੇ ਮੋਦੀ ਆਉਂਦੇ ਸੀ ਤੇ ਉਹ ਬੜਾ ਕੌੜਾ ਬੋਲਦੇ ਸੀ, ਆਏ ਹੋਏ ਗ੍ਰਾਹਕਾਂ ਨੂੰ ਗਰੀਬਾਂ ਨੂੰ ਕੌੜਾ ਬੋਲਦੇ ਸੀ, ਹੇਰ ਫੇਰ ਵੀ ਕਰ ਜਾਂਦੇ ਸੀ ਤੋਲ ਦੇ ਵਿੱਚ। ਪਰ ਅੱਜ ਗੁਰੂ ਨਾਨਕ ਸਾਹਿਬ ਜੀ ਰੱਬ ਜੀ ਆਏ ਨੇ, 1 2 3 ਦੀ ਗਿਣਤੀ ਗਿਣਤੇ ਆ, 9 10 11 12 13, 13 ਤੋਂ ਬਾਅਦ ਬਿੰਦੀ ਕੱਟ ਦਿੱਤੀ ਤੇ 13 ਲਿਖ ਦਿੱਤਾ। ਸਭ ਤੇਰਾ ਸਭ ਤੇਰਾ ਸਭ ਤੇਰਾ ਹੈ ਵਾਹਿਗੁਰੂ, ਮੇਰਾ ਕੁਝ ਨਹੀਂ ਹੈ ਇਹਦੇ ਵਿੱਚ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇੱਦਾਂ ਕਹਿੰਦੇ ਕਹਿੰਦੇ ਤੋਲਦੇ ਗਏ ਤੇ ਨਵਾਬ ਕੋਲੇ ਸ਼ਿਕਾਇਤਾਂ ਗਈਆਂ, ਦੌਲਤ ਖਾਂ ਕੋਲੇ, ਕਿ ਚੈੱਕ ਕਰੋ ਆਪਣਾ ਖਾਤਾ ਹਿਸਾਬ। 3-4 ਵਾਰਾਂ ਉਹ ਹਿਸਾਬ ਜਿਹੜਾ ਚੈੱਕ ਕੀਤਾ, ਪਰ ਗੁਰੂ ਨਾਨਕ ਸਾਹਿਬ ਜੀ ਵੱਲ ਪੈਸੇ ਜਿਹੜੇ ਸਨ ਤੇ ਉਹਨਾਂ ਦਾ ਜਦੋਂ ਦੇਖਿਆ ਗਿਆ ਤੇ ਮੁਨਾਫਾ ਹੀ ਹੋਇਆ ਮੋਦੀ ਵਿੱਚ, ਮੋਦੀ ਖਾਨੇ 'ਚ ਘਾਟਾ ਨਹੀਂ ਪਿਆ। ਨਵਾਬ ਨੂੰ ਵੀ ਫਿਰ ਪਤਾ ਲੱਗ ਗਿਆ ਕਿ ਇਹ ਵਾਕਈ ਕੋਈ ਰੱਬੀ ਅਵਤਾਰ ਨੇ। ਇੱਦਾਂ ਬੰਦਾ 13 ਕਹਿ ਕੇ ਦੇਈ ਜਾਵੇ ਤੇ ਘਾਟਾ ਪੈ ਜਾਏਗਾ, ਪਰ ਇਹ ਕੋਈ ਕਲਾ ਹੈ ਇਹਨਾਂ ਦੀ। ਇੱਦਾਂ ਗੁਰੂ ਨਾਨਕ ਸਾਹਿਬ ਜੀ ਦੀ ਫਿਰ ਸ਼ਾਦੀ ਹੋਈ। ਮਾਤਾ ਸੁਲੱਖਣੀ ਜੀ ਦੇ ਨਾਲ ਉਹਨਾਂ ਦੇ ਘਰ ਵਿੱਚ 2 ਪੁੱਤਰ, ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ, ਉਹਨਾਂ ਦਾ ਵੀ ਆਉਣਾ ਹੋਇਆ। ਗੁਰੂ ਨਾਨਕ ਸਾਹਿਬ ਜੀ ਫਿਰ ਬੇਈ ਨਦੀ ਵਿੱਚ 3 ਦਿਨ ਅਲੋਪ ਰਹੇ। 3 ਦਿਨ ਅਲੋਪ ਜਦੋਂ ਰਹੇ, ਦੁਨੀਆ ਦੇ ਲੋਕ ਕਹਿੰਦੇ ਡੁੱਬ ਗਿਆ ਹੋਵੇਗਾ, ਕਲਿਆਣ ਚੰਦ ਦਾ ਬੇਟਾ ਡੁੱਬ ਗਿਆ ਹੋਵੇਗਾ। ਬੇਬੇ ਨਾਨਕੀ ਜੀ ਕਹਿੰਦੇ ਨਹੀਂ, ਦੁਨੀਆ ਦੇ ਲੋਕੋ, ਉਹ ਡੁੱਬਦਿਆਂ ਨੂੰ ਤਾਰ ਸਕਦਾ ਹੈ, ਡੁੱਬ ਨਹੀਂ ਸਕਦਾ, ਕਦੇ ਨਹੀਂ ਡੁੱਬ ਸਕਦਾ। ਡੁੱਬਦਿਆਂ ਨੂੰ ਤਾਰਨ ਗਿਆ ਹੋਵੇਗਾ। ਦਲਦਲ ਵਿੱਚ ਫਸਿਆਂ ਹੋਇਆਂ ਨੂੰ ਹਮ ਦੇਖਾ ਤੈ ਡੂਬੀਅਲੇ, ਉਹਨਾਂ ਨੂੰ ਕੱਢਣ ਗਿਆ ਹੋਵੇਗਾ ਪਿਆਰਿਓ, ਉਹ ਡੁੱਬ ਨਹੀਂ ਸਕਦਾ। ਇਤਨਾ ਵਿਸ਼ਵਾਸ ਸੀ। 3 ਦਿਨਾਂ ਬਾਅਦ ਬਾਹਰ ਆਏ, ਉੱਚੀ ਬਾਂਗ ਦਿੱਤੀ, ਆਖਿਆ ਸੀ ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਇਹ ਉਹਨਾਂ ਦਾ ਪਹਿਲਾ ਪੈਗਾਮ ਸੀ। ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਇਸ ਕਰਕੇ ਏਕ ਪਿਤਾ ਏਕਸ ਕੇ ਹਮ ਬਾਰਕ ਹੈਂ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਸਾਰੇ ਅਸੀਂ ਇੱਕ ਹਾਂ। ਇੱਕ ਕੀਤਾ। ਫਿਰ ਉਹਨਾਂ ਨੇ ਰਬਾਬ ਮੰਗਾਈ ਆ ਫਰਿੰਦੇ ਤੋਂ, ਤੇ ਬੇਬੇ ਨਾਨਕੀ ਤੋਂ ਪੈਸੇ ਲੈ ਕੇ ਭਾਈ ਮਰਦਾਨਾ ਜੀ ਲੈ ਕੇ ਆਏ ਨੇ। ਭਾਈ ਮਰਦਾਨਾ ਜੀ ਨੂੰ ਆਖਿਆ ਸੀ ਤੂੰ ਦੁਨੀਆ ਲਈ ਗਾਉਣਾ, ਤੂੰ ਦੁਨੀਆ ਲਈ ਗਾਉਣਾ, ਦੀਨ ਲਈ ਗਾਉਣਾ, ਪਰ ਤੂੰ ਧਰਮ ਲਈ ਗਾ, ਰੱਬ ਲਈ ਗਾ, ਪਰਮਾਤਮਾ ਲਈ ਗਾ। ਤੂੰ ਰਬਾਬ ਸੋਹਣੀ ਵਜਾਉਣਾ ਹੈ, ਦੀਨ ਦੁਨੀਆ ਵਿੱਚ ਤੇਰਾ ਭਲਾ ਹੋਵੇਗਾ, ਤੇਰਾ ਇੱਥੇ ਲੋਕ 'ਚ ਵੀ ਭਲਾ ਪਰਲੋਕ 'ਚ ਵੀ ਭਲਾ ਹੋਵੇਗਾ। ਆਖਿਆ ਸੀ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਬਾਬਾ, ਆਖਿਆ ਸੀ ਉਹਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ, ਤੂੰ ਸਾਡੇ ਨਾਲ ਚੱਲ। ਗੁਰੂ ਨਾਨਕ ਦੀ ਬਾਣੀ ਵਿੱਚ ਕਿਹਾ ਜਾਂਦਾ ਕਰਾਮਾਤ ਸ਼ਬਦ ਕੀ ਹੈ,
ਜਾਦੂ ਭਾਈ ਮਰਦਾਨਾ ਜੀ ਦੀ ਰਬਾਬ ਦਾ ਹੈ। ਜਨਮ ਸਾਖੀ 'ਚ ਬਾਰ-ਬਾਰ ਇਹ ਸ਼ਬਦ ਆਉਂਦੇ ਨੇ ਬੜੇ ਪਿਆਰੇ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ। ਬੇਬੇ ਨਾਨਕੀ ਜੀ ਤੋਂ ਪੈਸੇ ਲੈ ਕੇ ਫਿਰ ਹਿੰਦੇ ਤੋਂ ਤੇ ਰਬਾਬ ਲੈ ਕੇ ਆਂਦੀ ਹੈ। ਉਹ ਰਬਾਬ ਜਿਹੜੀ 7 ਤਾਰਾਂ ਵਾਲੀ, ਉਹਦੇ ਨਾਲ ਫਿਰ ਕੀਰਤਨ ਨੂੰ ਗਾਇਆ ਹੈ। ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ। ਸਭ ਤੋਂ ਪਹਿਲਾਂ ਉਦਾਸੀਆਂ ਕਿੱਥੇ ਕੀਤੀਆਂ ਨੇ? ਧਾਰਮਿਕ ਸਥਾਨਾਂ ਤੇ। ਕਿਉਂ ਕੀਤੀਆਂ? ਕਿਉਂ ਗੰਗਾ ਗਏ, ਕਿਉਂ ਗਿਆ ਗਏ, ਕਿਉਂ ਮੱਕੇ ਗਏ? ਕਹਿੰਦੇ ਸਨ ਜਿਹੜੇ ਚਸ਼ਮੇ ਹੀ ਗੰਦੇ ਨੇ, ਜੇ ਧਰਮ ਹੀ ਮੈਲਾ ਹੈ, ਇਹਨਾਂ ਚਸ਼ਮਿਆਂ ਤੋਂ ਲੋਕਾਂ ਨੇ ਪਾਣੀ ਪੀਣਾ। ਲੋਕ ਮੈਲਾ ਪਾਣੀ ਪੀਣਗੇ, ਸਭ ਤੋਂ ਪਹਿਲਾਂ ਚਸ਼ਮਿਆਂ ਨੂੰ ਸਾਫ਼ ਕਰਨਾ, ਝਰਨਿਆਂ ਨੂੰ ਸਾਫ਼ ਕਰਨਾ, ਜਿੱਥੋਂ ਪਾਣੀ ਆਉਂਦਾ ਹੈ। ਗਿਆ ਗਏ ਨੇ, ਮੱਕੇ ਗਏ ਨੇ, ਕਾਬੇ ਗਏ ਨੇ, ਮਦੀਨੇ ਗਏ ਨੇ, ਗੁਰੂ ਨਾਨਕ ਸਾਹਿਬ ਜੀ ਗੰਗਾ ਗਏ ਨੇ। ਬ੍ਰਾਹਮਣਾਂ ਨੂੰ, ਮੌਲਵੀਆਂ ਨੂੰ, ਪੰਡਤਾਂ ਨੂੰ ਸਮਝਾਇਆ ਹੈ ਕਿ ਇਹ ਸਭ ਅਗਿਆਨਤਾ, ਕਰਮ ਧਰਮ ਦੇ ਨਾਂ ਤੇ ਪਖੰਡ ਜੋ ਦੀਸੇ ਤਿਨ ਜਮ ਜਾ ਗਾਤੀ ਲੂਟੈ। ਇਹ ਕਰਕੇ ਆਖਿਆ ਕਿ ਇਹ ਸਭ ਭੇਖ ਛੱਡੋ, ਸੱਚ ਦੇ ਨਾਲ ਜੁੜੋ ਪਿਆਰੇ। ਬੜੀ ਮਿੱਠੀ ਧੁਨ ਦੇ ਵਿੱਚ ਸ਼ਬਦਾਂ ਨੂੰ ਗਾ ਕੇ ਸਮਝਾਇਆ। ਕੌਡੇ ਰਾਖਸ਼ ਨੂੰ ਤਾਰਿਆ, ਭਾਈ ਲਾਲੋ ਜੀ ਦਾ ਉਧਾਰ ਕੀਤਾ ਹੈ। ਤੈਨੂੰ ਸਤ ਕਰਤਾਰ ਚੇਤੇ ਆਵੇ ਆਖਿਆ ਸੀ। ਤੇ ਨੂਰ ਸ਼ਾਹ ਜਾਦੂਗਰਨੀ ਜਿਹੜੀ ਸੀ ਬੰਗਾਲ ਦੇ ਵਿੱਚ, ਉਹਦਾ ਵੀ ਉਧਾਰ ਕੀਤਾ ਹੈ। ਬਲੀ ਕੰਧਾਰੀ ਵਰਗਿਆਂ ਦਾ ਹੰਕਾਰ ਤੋੜਿਆ। ਪੰਜਾ ਸਾਹਿਬ 'ਚ ਲਹਿੰਦੇ ਪੰਜਾਬ ਪਾਕਿਸਤਾਨ ਵਿੱਚ ਗੁਰਦੁਆਰਾ ਬਣਿਆ ਹੈ। ਚੂੜਕਾਣੇ ਦੀ ਮੰਡੀ 'ਚੋਂ ਸੱਚਾ ਸੌਦਾ ਖਰੀਦ ਕੇ ਵਰਤਾਇਆ। ਇਹ ਸਭ ਲਹਿੰਦੇ ਪੰਜਾਬ ਵਿੱਚ ਹੈ। ਜਿੰਨੇ ਵੀ ਗੁਰਦੁਆਰੇ ਨੇ, ਜਿਤਨੇ ਵੀ ਬਣੇ ਹੋਏ ਨੇ ਪਿਆਰਿਓ, ਤਾਂ ਆਪਾਂ ਰੋਜ਼ ਬੇਨਤੀਆਂ ਕਰਦੇ ਹਾਂ ਨਨਕਾਣਾ ਸਾਹਿਬ ਦੇ ਦਰਸ਼ਨ ਹੋਣ। ਉਹਦੇ ਨਾਲ ਸਾਡੀਆਂ ਯਾਦਾਂ ਜੁੜੀਆਂ ਹੋਈਆਂ ਨੇ, ਗੁਰੂ ਨਾਨਕ ਜੀ ਦੀਆਂ ਯਾਦਾਂ ਨੇ। ਸਾਡਾ ਪਿਆਰ ਹੈ ਉਸ ਜਗ੍ਹਾ ਦੇ ਨਾਲ। ਅੱਖਾਂ ਗੁਰਸਿੱਖਾਂ ਦੀਆਂ ਤਰਸੀਆਂ ਨੇ। ਰੋਜ਼ ਰੋਜ਼ ਵਾਲੀ ਅਰਦਾਸ ਇੱਕ ਦਿਨ ਜ਼ਰੂਰ ਕਬੂਲ ਹੋਵੇਗੀ। ਕੀਤੀ ਅਰਦਾਸ ਕਦੇ ਵਿਰਥੀ ਨਾ ਜਾਂਦੀ ਹੈ। ਇਸ ਕਰਕੇ ਕਹਿਣਾ ਪਵੇਗਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬਾਬੇ ਨੇ ਤਾਰੇ 4 ਚੱਕ, 4 ਉਦਾਸੀਆਂ ਕਰਕੇ ਚਾਰੇ ਦਿਸ਼ਾਵਾਂ ਨੂੰ ਤਾਰਿਆ। 82,000 ਕਿਲੋਮੀਟਰ ਦੀ ਯਾਤਰਾ ਕੀਤੀ। ਕਿਤੇ ਕਿਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਕਹਿੰਦੇ ਨੇ, ਲਿਆਓ ਜੀ ਖੜਾਮ ਦਿਓ ਸਾਨੂੰ, ਪੈਰਾਂ 'ਚ ਪਾਉਣ ਵਾਲੀ ਨਿਸ਼ਾਨੀ ਦੇ ਜੋ ਕੋਈ। ਦੇ ਦਿੰਦੇ ਨੇ, ਨੰਗੇ ਪੈਰੀਂ ਤੁਰਦੇ ਹੋਣਗੇ ਪਿਆਰਿਓ। 70 ਮਾਵਾਂ ਜਿੰਨਾ ਪਿਆਰ ਕਰਦੇ ਨੇ। ਵਿਦਵਾਨ ਕਹਿੰਦੇ ਗੁਰੂ ਨਾਨਕ ਜੀ ਤਲਵੰਡੀ ਕਿਉਂ ਨਹੀਂ ਰਹੇ, ਨਨਕਾਣਾ ਸਾਹਿਬ ਕਿਉਂ ਨਹੀਂ ਰਹੇ? ਸਵਾਲ ਪੈਦਾ ਹੁੰਦਾ। ਕਹਿੰਦੇ ਉਹਨਾਂ ਦੇ ਦਿਲ ਵਿੱਚ ਦੁੱਖ ਸੀ, ਦਰਦ ਸੀ। ਤਰਕ ਖੜੀ ਹੋਵੇਗੀ ਇੱਕ, ਦਰਦ ਕਾਹਦਾ ਸੀ? ਜਿਹੜਾ ਆਪ ਜਿਹਦੇ ਅੰਦਰ ਦਰਦ ਆ, ਕਿਵੇਂ ਕਿਸੇ ਦਾ ਇਲਾਜ ਕਰ ਦੇਗਾ? ਤਾਂ ਵਿਦਵਾਨਾਂ ਨੇ ਉਹਦਾ ਉੱਤਰ ਲਿਖਿਆ, ਮਸਕੀਨ ਜੀ ਨੇ ਉੱਤਰ ਦਿੱਤਾ ਹੈ। ਕਹਿੰਦੇ ਬੱਚਾ ਰਾਤ ਨੂੰ ਬਿਮਾਰ ਹੋਵੇ, ਦਿਨੇ ਬਿਮਾਰ ਹੋਵੇ, ਰਾਤ ਨੂੰ ਬਿਮਾਰ ਹੋਵੇ, ਬੁਖਾਰ ਹੋਵੇ, ਮਾਂ ਨਹੀਂ ਸੌਵੇਗੀ। ਮਾਂ ਨੂੰ ਜਾ ਕੇ ਕੋਈ ਪੁੱਛੇ, ਬਿਮਾਰ ਬੱਚਾ ਹੈ ਤੇ ਤੈਨੂੰ ਨੀਂਦ ਕਿਉਂ ਨਹੀਂ ਆ ਰਹੀ? ਉਹ ਆਖਦੀ ਆ, ਬੱਚਾ ਤਨ ਕਰਕੇ ਬਿਮਾਰ ਹੈ, ਮੈਂ ਮਨ ਕਰਕੇ ਸੋਗੀ ਹਾਂ, ਮੈਂ ਮਨ ਕਰਕੇ ਬੇਚੈਨ ਹਾਂ, ਮੈਨੂੰ ਨੀਂਦ ਨਹੀਂ ਆਵੇਗੀ। ਨਾਨਕ ਦੁਖੀਆ, ਬਾਬੇ ਨੇ ਬੁਲੰਦ ਆਵਾਜ਼ ਵਿੱਚ ਕਿਹਾ, ਨਾਨਕ ਦੁਖੀਆ ਸਭ ਸੰਸਾਰ। ਮਰਦਾਨਿਆਂ, ਸਾਰੇ ਦੁਨੀਆ ਦੇ ਲੋਕ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੱਤ ਉਦਾਸ, ਕੋਈ ਮਨ ਕਰਕੇ ਬੜਾ ਦੁਖੀ ਆ, ਕੋਈ ਤਨ ਕਰਕੇ ਪੀੜਾ ਚ, ਕੋਈ ਚਿੱਤ ਕਰਕੇ ਉਦਾਸ ਆ। ਏਕ ਏਕ ਦੁੱਖ ਸਭੀ ਕੋ ਸੁਖੀ ਸੰਤ ਕਾ ਦਾਸ। ਇੱਕ ਇੱਕ ਦੁੱਖ ਸਾਰਿਆਂ ਕੋਲੇ ਆ। ਚੱਲ ਤੂੰ ਰਬਾਬ ਵਜਾਈ, ਮੈਂ ਕੀਰਤਨ ਗਾਵਾਂਗਾ। ਚੱਲ ਆਪਾਂ ਉਹ ਵੈਦ ਬਣੀਏ ਜਿਹੜਾ ਬਿਨੇ ਸੱਦਿਆਂ ਤੋਂ ਘਰੇ ਜਾਂਦਾ ਹੈ। ਇੱਕ ਡਾਕਟਰ ਉਹ ਆ ਜਿਹਨੂੰ ਫੋਨ ਕਰਕੇ ਬੁਲਾਉਂਦੇ ਆ, ਉਹ ਆਉਂਦੇ ਨਹੀਂ ਕਈ ਵਾਰ। ਗੁਰੂ ਨਾਨਕ ਜੀ ਉਹ ਵੈਦ ਨੇ ਜਿਹੜੇ ਬਿਨਾਂ ਸੱਦੇ ਤੋਂ ਰੋਗੀਆਂ ਦੇ ਘਰੇ ਗਏ। ਲਾਲੋ ਜੀ ਬੂਹਾ ਖੜਕਾਇਆ, ਬਾਹਰ ਖੋਲੋ।
ਸੱਜਣ ਠੱਗ ਦਾ ਦਰਵਾਜ਼ਾ ਖੜਕਾਇਆ, ਸੱਜਣਾ ਸੱਜਣ ਬਣ। ਨਾਮ ਸੱਜਣ ਰੱਖਣ ਨਾਲ ਕੋਈ ਸੱਜਣ ਨਹੀਂ ਹੋ ਜਾਂਦਾ। ਐਸੇ ਉਹਨਾਂ ਨੇ ਜੱਟ ਤਾਰੇ ਪੱਟ ਤਾਰੇ, ਲੱਕੜੀ ਦੇ ਕੱਟ ਤਾਰੇ, ਤੂੰ ਤਰ ਜਾਵੇਂ ਮਨਾ ਸ਼ਰਨ ਕਿਉਂ ਨਹੀਂ ਆਮਦਾ। ਆਖਰੀ ਸਮੇਂ ਵਿੱਚ ਸਭ ਕਰਕੇ ਕਰਤਾਰਪੁਰ ਵਸਾਇਆ। ਇੰਨੀਆਂ ਸੋਹਣੀਆਂ ਬਾਣੀਆਂ ਸਾਨੂੰ ਦਿੱਤੀਆਂ। ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਲੋਕ PhD ਕਰ ਰਹੇ ਨੇ। ਸਿੱਖਾਂ ਦੇ ਘਰੇ ਜਨਮ ਅਸੀਂ ਲੈ ਲਿਆ। ਜਪਜੀ ਸਾਹਿਬ ਦੇ ਅਰਥ ਆਚਾਰੀਆ ਰਜਨੀਸ਼ ਓਸ਼ੋ ਨੇ ਕੀਤੇ ਨੇ, ਸੰਤ ਵਿਨੋਬਾ ਭਾਵੇ ਨੇ ਕੀਤੇ ਨੇ, ਆਨੰਦ ਮੂਰਤੀ ਗੁਰੂ ਮਾਂ ਜਿਹੜੀ ਹੈ ਉਹਨੇ ਕੀਤੇ ਨੇ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਨੇ, ਭਾਈ ਮਨਮੋਹਨ ਸਿੰਘ ਜੀ ਨੇ ਕੀਤੇ ਨੇ, ਹਰੀ ਸਿੰਘ ਰੰਧਾਵੇ ਵਾਲੇ ਉਹਨਾਂ ਨੇ ਕੀਤੇ ਨੇ। ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਪੜ੍ਹ ਕੇ ਛੱਡ ਦਿੰਦੇ ਹਾਂ। ਸਨਾਤਨੀਆਂ ਨੇ, ਨਿਰਮਲਿਆਂ ਨੇ ਟੀਕੇ ਕੀਤੇ ਨੇ ਜਪਜੀ ਸਾਹਿਬ ਦੇ ਪਿਆਰਿਓ। ਇਤਨੀ ਡੂੰਘੀ ਉਹਦੇ ਵਿੱਚੋਂ ਉਹਨਾਂ ਨੇ ਖੋਜ ਕੱਢੀ ਹੈ, ਬਾ ਕਮਾਲ ਹੈ। ਮਸਕੀਨ ਜੀ ਨੇ ਟੀਕਾ ਕੀਤਾ ਹੈ ਜਪ ਧਾਰਾ, ਬੜਾ ਸੋਹਣਾ ਹੈ ਜਪਜੀ ਸਾਹਿਬ ਦਾ। ਅਸੀਂ ਪੜ੍ਹ ਛੱਡੀ ਜਾਂਦੇ ਹਾਂ ਇਹਨਾਂ ਚੀਜ਼ਾਂ ਨੂੰ। ਇਹ ਚੀਜ਼ਾਂ ਦਿਲ ਦੇ ਵਿੱਚ ਸਾਂਭ ਕੇ ਰੱਖਣ ਵਾਲੀਆਂ ਨੇ, ਪੜ੍ਹ ਕੇ ਛੱਡਣ ਵਾਲੀਆਂ ਨਹੀਂ। ਸਾਖੀਆਂ ਅਸੀਂ ਗੁਰੂ ਨਾਨਕ ਜੀ ਦੀਆਂ ਕਹਿ ਦਿੰਦੇ ਹਾਂ, ਸਾਨੂੰ ਇਹ ਵੀ ਸਾਖੀ ਪਤਾ। ਲਾਲੋ ਵਾਲੀ ਸਾਖੀ ਵੀ ਸੁਣੀ ਆ, ਨੂਰ ਸ਼ਾਹ ਜਾਦੂਗਰਨੀ ਵਾਲੀ ਵੀ ਸੁਣੀ ਆ। ਗੁਰੂ ਨਾਨਕ ਜੀ ਦਾ ਪੈਗਾਮ ਭੁੱਲ ਗਏ, ਸਾਖੀਆਂ ਯਾਦ ਰਹਿ ਗਈਆਂ। ਇਹਦਾ ਮਤਲਬ ਇਹ ਨਹੀਂ ਕਿ ਸਾਖੀਆਂ ਯਾਦ ਨਾ ਰੱਖੋ, ਪੈਗਾਮ ਵੀ ਉਹਦਾ ਯਾਦ ਰੱਖੋ। ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਸਾਇਆ, ਉੱਥੇ ਉਹਨਾਂ ਹਲ ਵਾਹਿਆ। ਸਾਰਾ ਲੰਗਰ ਆਪ ਹਲ ਵਾਹ ਕੇ ਚਲਾਉਂਦੇ। ਅੰਤ ਸਮਾਂ ਜਦੋਂ ਆਇਆ ਨਾ ਗੁਰੂ ਨਾਨਕ ਜੀ ਦਾ, ਦੁਨੀਆ ਦੇ ਐਸੇ ਲੋਕ ਮੂੜ ਸੀ। ਜਦੋਂ ਜੋਤੀ ਜੋਤ ਸਮਾਏ 1539 ਈਸਵੀ ਦੇ ਵਿੱਚ, ਜਪਜੀ ਸਾਹਿਬ ਦੀ ਬਾਣੀ, ਦੱਖਣੀ ਓਅੰਕਾਰ ਦੀ ਬਾਣੀ ਉਹਨਾਂ ਦੀ ਬੜੀ ਪਿਆਰੀ ਹੈ ਗੁਰੂ ਨਾਨਕ ਸਾਹਿਬ ਜੀ ਦੀ। ਹੋਰ ਬੜੀਆਂ ਬਾਣੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਆਪਾਂ ਅਗੰਮੀ ਰਸ ਪ੍ਰਾਪਤ ਕਰ ਸਕਦੇ ਹਾਂ। ਆਸਾ ਦੀ ਵਾਰ ਬੜੀ ਸੁੰਦਰ ਹੈ। ਇਤਨਾ ਸਭ ਕੁਝ ਸਾਡੀ ਝੋਲੀ ਦੇ ਵਿੱਚ ਪਾ ਕੇ 1539 ਵਿੱਚ ਜਦੋਂ ਜੋਤੀ ਜੋਤ ਸਮਾਉਂਦੇ ਨੇ, ਕਰਤਾਰਪੁਰ ਦੇ ਵਿੱਚ ਉਹਨਾਂ ਦਾ ਆਖਰੀ ਸਮਾਂ ਸੀ, ਤਾਂ ਉਦੋਂ ਰੌਲਾ ਪੈ ਗਿਆ ਸੀ ਬਹੁਤ ਜ਼ਿਆਦਾ। ਸਾਰੀ ਜ਼ਿੰਦਗੀ ਜਿਨ੍ਹਾਂ ਨੂੰ ਇੱਕ ਕੀਤਾ, ਉਹਨਾਂ ਗੁਰੂ ਨਾਨਕ ਲਈ ਲੜਨਾ ਸ਼ੁਰੂ ਕਰ ਦਿੱਤਾ। ਆਖਣ ਲੱਗੇ, ਹਿੰਦੂ ਵੀਰ ਕਹਿੰਦੇ ਅਸੀਂ ਸੰਸਕਾਰ ਕਰਨਾ ਇਹਨਾਂ ਦਾ। ਇਹ ਤ੍ਰਿਪਤਾ ਦੀ ਕੁੱਖ ਤੋਂ ਇਹਨਾਂ ਦਾ ਪ੍ਰਕਾਸ਼ ਹੋਇਆ ਹੈ। ਇਹ ਬੇਦੀਆਂ ਦੇ ਕੁੱਲ ਵਿੱਚ ਪ੍ਰਗਟ ਹੋਏ ਨੇ। ਤਿੰਨ ਬੇਦੀਆਂ ਕੇ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਹੁਕਮ, ਸਭ ਸਿੱਖਣ ਕੋ ਸੁਖ ਦੀਏ, ਜੈ ਤੈ ਭਏ ਸਹਾਏ। ਇਹ ਬੇਦੀਆਂ ਦੇ ਕੁੱਲ ਵਿੱਚ ਆਏ ਨੇ, ਅਸੀਂ ਸੰਸਕਾਰ ਕਰਾਂਗੇ। ਮੁਸਲਮਾਨ ਕਹਿੰਦੇ ਨਹੀਂ, ਇਹ ਤਾਂ ਅੱਲਾ ਅੱਲਾ ਵੀ ਜਪਦੇ ਦੇਖੇ ਗਏ ਨੇ, ਇਹ ਤਾਂ ਕਾਬੇ ਵੀ ਗਏ ਨੇ, ਮੱਕੇ ਵੀ ਗਏ ਨੇ, ਜੀਵਨ ਕਾਜੀ ਨੂੰ ਵੀ ਜਾ ਕੇ ਮਿਲੇ ਨੇ। ਅਸੀਂ ਤਾਂ ਇਹਨਾਂ ਨੂੰ ਦਫਨਾਵਾਂਗੇ। ਹੌਲੀ ਹੌਲੀ ਜਿੱਦਾਂ ਆਪਾਂ ਪਹਿਲਾਂ ਗੱਲਾਂ ਕਰਦੇ ਹਾਂ, ਫਿਰ ਤਕਰਾਰ ਹੋ ਜਾਂਦੀ ਆ, ਫਿਰ ਬੰਦੇ ਤਲਵਾਰ ਕੱਢ ਲੈਂਦੇ ਨੇ, ਫਿਰ ਕਤਲ ਹੋ ਜਾਂਦੇ ਨੇ। ਪਹਿਲਾਂ ਗੱਲਾਂ ਕਰਦੇ ਗਏ, ਫਿਰ ਤਕਰਾਰ ਹੋਈ ਹਿੰਦੂਆਂ ਤੇ ਮੁਸਲਮਾਨਾਂ 'ਚ, ਫਿਰ ਲੜਨ ਲੱਗ ਗਏ। ਉੱਥੇ ਇੱਕ ਸੰਤ ਆਇਆ ਹੋਇਆ ਸੀ, ਬਜ਼ੁਰਗ ਸੀ, ਆ ਕੇ ਕਹਿਣ ਲੱਗਾ, ਰੁਕ ਜਾਓ, ਪਹਿਲਾਂ ਜਿਹਦੀ ਖਾਤਰ ਲੜਦੇ ਪਏ ਹੋ, ਸਾਰੀ ਜ਼ਿੰਦਗੀ ਜਿਹਨੇ ਤੁਹਾਨੂੰ ਇੱਕ ਕੀਤਾ, ਪਹਿਲਾਂ ਚਾਦਰ ਚੁੱਕ ਕੇ ਦੇਖੋ ਉਹਨੂੰ ਕੀ ਮਨਜ਼ੂਰ ਹੈ। ਚਾਦਰ ਚੁੱਕੀ। ਗੁਰੂ ਨਾਨਕ ਜੀ ਤਾਂ ਸਣ ਦੇ ਹੀ ਗਏ ਸੱਚਖੰਡ, ਸਣ ਦੇ ਹੀ ਗਏ। ਕਿਉਂ ਗਏ? ਕਾਰਨ ਕੀ ਸੀ? ਕਰਾਮਾਤ ਪ੍ਰਗਟ ਕਰਨੀ ਸੀ? ਨਹੀਂ, ਚਾਹੁੰਦੇ ਨਹੀਂ ਸੀ ਸਾਡੀਆਂ ਵੰਡੀਆਂ ਪੈਣ, ਚਾਹੁੰਦੇ ਨਹੀਂ ਸੀ। ਸਣ ਦੇ ਹੀ ਜਾਣ ਦਾ ਇਹੀ ਕਾਰਨ ਲਿਖਿਆ ਹੈ ਵਿਦਵਾਨਾਂ ਨੇ। ਪਰ ਉਹ ਮੂਰਖਾਂ ਨੇ ਕਹਿੰਦੇ ਗੁਰੂ ਨਾਨਕ ਜੀ ਨੂੰ ਵੰਡਿਆ ਨਹੀਂ ਜਾ ਸਕਦਾ। ਜਦੋਂ ਚਾਦਰ ਚੁੱਕੀ ਤੇ ਇੱਕ ਫੁੱਲ ਸੀ ਉੱਥੇ, ਫੁੱਲ ਦੇ ਟੁਕੜੇ ਕਰਕੇ ਉਹ ਵੰਡ ਲਿਆ। ਚਾਦਰ ਨੂੰ 2 ਹਿੱਸੇ ਕਰਕੇ ਵੰਡ ਲਿਆ। ਹਿੰਦੂਆਂ ਨੇ ਕੀ ਕੀਤਾ ਕਿ ਉਹਦਾ ਸੰਸਕਾਰ ਕਰਕੇ ਤੇ ਦਿਉਰਾ ਬਣਾ ਦਿੱਤਾ, ਮੰਦਿਰ ਬਣਾ ਦਿੱਤਾ। ਮੁਸਲਮਾਨਾਂ ਨੇ ਉਹਨੂੰ ਦਫਨਾ ਕੇ ਚਾਦਰ ਨੂੰ ਦੀ ਕਬਰ ਬਣਾ ਦਿੱਤੀ। ਰਾਵੀ ਨੂੰ ਇਹ ਗੱਲ ਮਨਜ਼ੂਰ ਨਹੀਂ ਹੋਈ। ਰਾਵੀ ਦਰਿਆ ਨੂੰ ਦਾ ਪਾਣੀ ਚੜ੍ਹ ਕੇ ਆਇਆ ਤੇ ਬਾਬਾ ਮੜੀ ਨਾ ਗੋਰ, ਗੁਰ ਅੰਗਦ ਕਹਿ ਹੀਏ ਮਾਹੇ ਪੁਨ ਸਤ ਸੰਗ ਤੋਰ।
ਗੁਰਬਾਣੀ ਦਾ ਫਰਮਾਨ ਹੈ। ਗੁਰੂ ਨਾਨਕ ਜੀ ਕਹਿੰਦੇ ਮੈਨੂੰ ਮੜੀਆਂ ਤੇ ਕਬਰਾਂ 'ਚ ਨਾ ਲੱਭੇ। ਰਾਵੀ ਦਾ ਦਰਿਆ ਜਿਹੜਾ ਸੀ, ਪਾਣੀ ਜਿਹੜਾ ਸੀ ਉਹ ਚੜ੍ਹ ਕੇ ਆਇਆ ਤੇ ਉਹ ਮੰਦਰ ਨੂੰ ਵੀ ਵਹਾ ਕੇ ਲੈ ਗਿਆ ਤੇ ਉਹ ਕਬਰ ਨੂੰ ਵੀ ਵਹਾ ਕੇ ਲੈ ਗਿਆ। ਪਾਣੀ ਨਹੀਂ ਸੀ ਚਾਹੁੰਦਾ, ਸਾਗਰ ਨਹੀਂ ਸੀ ਚਾਹੁੰਦਾ ਕਿ ਮੇਰੇ ਮੁਰਸ਼ਿਦ ਦੀਆਂ ਵੰਡੀਆਂ ਪੈਣ। ਇਹ ਗੱਲ ਦਰਿਆ ਨੂੰ ਸਮਝ ਆ ਗਈ, ਪਾਣੀ ਨੂੰ ਸਮਝ ਆ ਗਈ, ਲੋਕਾਂ ਨੂੰ ਸਮਝ ਨਹੀਂ ਆਈ। ਗੁਰੂ ਨਾਨਕ ਦਾ ਪੈਗਾਮ ਸਮਝ ਨਹੀਂ ਆਇਆ ਪਿਆਰਿਓ। ਬਾਬਾ ਮੜੀ ਨਾ ਗੌਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਨੂੰ ਮੜੀਆਂ 'ਚ ਕਿਉਂ ਲੱਭਦੇ ਹੋ, ਕਬਰਾਂ 'ਚ ਕਿਉਂ ਲੱਭਦੇ ਹੋ। ਪੁੰਨ ਸਤ ਸੰਗਤ ਹੋਰ ਗੁਰ ਅੰਗਦ ਕਹਿ ਮਾਹੇ। ਜੇ ਮੈਨੂੰ ਲੱਭਣਾ, ਗੁਰੂ ਅੰਗਦ ਦੇਵ ਜੀ ਦੇ ਹਿਰਦੇ 'ਚ ਵੇਖੋ, ਮੈਂ ਉੱਥੇ ਵਸਦਾ। ਮੇਰੀ ਸਾਰੀ ਜੋਤ, ਮੇਰਾ ਸਾਰਾ ਫਲਸਫਾ, ਮੇਰਾ ਸਾਰਾ ਗਿਆਨ ਉਹਨਾਂ ਦੇ ਹਿਰਦੇ 'ਚ ਹੈ। ਗੁਰੂ ਨਾਨਕ ਜੀ ਬਾਰੇ ਕਹਿਣਾ ਪਵੇਗਾ ਫਿਰ, क्षमा हक से जो मुनव्वर ना हो, वो जे महफिल ना थी, बारिश रहमत हुई, पर जमी काबल ना हुई। दुनिया का सब तो मशहूर एक शायर होया डॉक्टर मुहम्मद इकबाल, वो लिखता है, ये गुरु नानक कहते जदों सागर समुंदर जिहड़ा दया दे घर विच आउंदा है ना, बदल बन के वरदा है। बाष्पीकरण हुंदा, सूरज दीयां किरनां राहीं पानी ਉੱਪਰ ਜਾਂਦਾ, ਫਿਰ ਉਹ ਬੱਦਲ ਬਣ ਕੇ ਵਰਦਾ। ਗੁਰੂ ਨਾਨਕ ਸਾਹਿਬ ਜੀ ਤੁਸੀਂ ਪਰਮਾਤਮਾ ਰੱਬ ਜੀ ਸੀ, ਲੋਕਾਂ ਤੇ ਤਰਸ ਕਰਕੇ ਕਦਮ ਕਦਮ ਤੇ ਦੀਵਾ ਜਗਾਇਆ। ਪਰ ਕੀ ਕਰੀਏ, ਮਹਿਫਲ ਅੰਨ੍ਹਿਆਂ ਦੀ ਸੀ, ਗਿਆਨ ਦਾ ਦੀਵਾ ਜਗਾਇਆ। ਗੁਰੂ ਨਾਨਕ ਤੋਂ ਸ਼ਬਦ ਬਣ ਕੇ ਬਹੁਤ ਵਰਿਆਂ ਬਹੁਤ ਬਰਸਿਆਂ, पर की करिए जमीन बंजर सी। क्षमा हक से जो मुनव्वर हो, वो जे महफिल ना थी, बारिश रहमत हुई, पर जमी काबल ना थी। गुरु नानक तू कदम कदम ते दीवा जगाया ज्ञान दा, पर महफिल अन्नियां दी सी, देख नहीं सके। सूरज की रोशनी दा भी जे आपां कुछ देखना होवे, आनंद लेना होवे, अखां 'च रोशनी चाहीदी है। गुरु तो कुछ सिखना होवे, मन दियां अखां खुलियां चाहिदियां ने, पर वो लोकां दियां बंद सी। गुरु नानक जी दी चादर दे जिथे दो टोटे होए, सच करके जानो, लहिंदा पंजाब ते साडा आ पंजाब उत्थों ही दो टुकड़े हो गए। करतारपुर विच होए ने, रावी दरिया दे उरार ते पार दो हिस्से हो गया देश, हिंदुस्तान पाकिस्तान। पंजाब कह लो, चढ़दा पंजाब, लहिंदा पंजाब कह लो। ये सब कहते ने विद्वान, जे दो टोटे वो मूर्ख ना करदे, अज ननकाना साहब दे खुले दर्शन हुंदे। अंधे से ही नानका जे खसमों कुत्थे जाहे। वो अंधे ना कहो उन्होंने जिन्हां कोल अखां नहीं हन। गुरु नानक जी दे बचन ने, अंधे वो नहीं जिन्हां कोल अखां नहीं, अंधे वो आ जिहड़े अगियानी ने, जिहड़े मैनूं मड़ियां च कबरां च लभदे ने, शब्द विच नहीं लभदे, वो अन्ने ने प्यारिओ। गुर अंगद कहिए माहे, पुन सत संगत और। हे गुरु नानक तू बदल बन के बहुत वरिया बहुत बरसिया। कदे जपजी साहब दी बाणी राही, कदे किस बाणी राही, कदे आसा दी वार राही, पर आ जमीन जिहड़ी दिल दी जमीन आ साडी, ये बंजर है, भोरा फर्क नहीं इहनूं पिया। क्षमा हक से जो मुनव्वर हो, वो जे महफिल ना थी, बारिश रहमत हुई, पर जमी काबल ना थी। गुरु नानक दियां गुझियां रमजां नूं, बेसमझ जमाना की जाने। गुरु नानक दियां गुझियां रमजां नूं, बेसमझ जमाना की जाने। महफिल अन्नियां दी सी, पर तूं दीवा कदम कदम ते जगाया। 82,000 किलोमीटर गुरु नानक जी तुसी तुर के गए। बहुत तारे आकाश के तारे गिने जात हैं, पर जो गुरु नानक के तारे हैं वो नहीं गिने जा सकते। शायर इदां कहंदे ने, जैसे मेहंदी के पात में, भाई वीर सिंह जी, पात पात में पात, गुरु नानक की बात में बात, बात में बात। सो गुरु नानक साहिब जी ने ये अगम्मी रस शब्द गुरु ग्रंथ साहिब जी ये साडी झोली दे विच पाए ने। 10वें जामे विच आके गुरु साहब दे आपां लड़ लगिए प्यारिओ। होर दुनिया विच खट्टण लई कुछ भी नहीं,
ਭਾਈ ਨੰਦ ਲਾਲ ਜੀ ਦੀ ਇੱਕ ਗੱਲ ਕਹਿ ਕੇ ਸਮਾਪਤੀ ਕਰ ਦੇਣੀ ਹੈ। ਕਹਿੰਦੇ ਸੱਚ ਕੀ ਆ ਪਿਆਰਿਓ, ਸੱਚ ਮਾਲਕ ਦੀ ਯਾਦ ਵਿੱਚ ਜੁੜ ਜਾਣਾ ਹੀ ਸੱਚ ਹੈ। ਇਹ ਮੁੱਠੀ ਭਰ ਜਿਹੜੀ ਰੇਤ ਆ, ਮਿੱਟੀ ਆ, ਇਹ ਗੁਰੂ ਨਾਨਕ ਦੀ ਕਦਰ ਕੀ ਜਾਣ ਸਕਦੀ ਹੈ। ਮੁੱਠੀ ਭਰ ਰੇਤਾ, ਮੁੱਠੀ ਭਰ ਮਿੱਟੀ, ਸਰੀਰ ਆਪਣਾ ਮਿੱਟੀ ਹੈ। ਇਹ ਗੁਰੂ ਨਾਨਕ ਦੀ ਕਦਰ ਕੀ ਜਾਣ ਸਕੇਗੀ। ਇਹ ਤਾਂ ਉਹਦੀ ਯਾਦ ਵਿੱਚ ਜੇ ਕਹਿ ਦਈਏ ਧੰਨ ਬਾਬਾ ਨਾਨਕ, ਧੰਨ ਗੁਰੂ ਨਾਨਕ, ਗੁਰੂ ਨਾਨਕ, ਗੁਰੂ ਨਾਨਕ, ਤੁਸੀਂ ਅਗੰਮੀ ਰਸ ਸਾਨੂੰ ਬਖਸ਼ਿਆ, 70 ਮਾਵਾਂ ਜਿੰਨਾ ਪਿਆਰ ਕੀਤਾ, ਪਰ ਅਸੀਂ ਉਤਨਾ ਨਹੀਂ ਕਰ ਸਕੇ, ਅਸੀਂ ਉਤਨਾ ਨਹੀਂ ਮੋੜ ਸਕੇ। ਗੁਰੂ ਨਾਨਕ ਜੀ ਜਿਤਨਾ ਤੁਸੀਂ ਕੀਤਾ ਸੀ, ਫਰਜ਼ ਉਦੋਂ ਵੱਧ ਬਣਦਾ ਸੀ, ਉਤਨਾ ਵੀ ਨਹੀਂ ਮੋੜ ਸਕੇ। ਸੋ ਇਹੀ ਬੇਨਤੀਆਂ ਹਨ। ਗੁਰੂ ਨਾਨਕ ਸਾਹਿਬ ਜੀ ਦੇ ਲੜ ਲੱਗੋ ਪਿਆਰਿਓ, ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਕਈ ਬਾਣੀ ਨਹੀਂ ਪੜ੍ਹਦੇ, ਕਹਿੰਦੇ ਨੇ ਕਿ ਗਲਤ ਨਾ ਕਿਤੇ ਪੜ੍ਹੀ ਜਾਵੇ, ਸਾਰੀ ਜ਼ਿੰਦਗੀ ਨਹੀਂ ਪੜ੍ਹਦੇ। ਬਾਣੀ ਨਹੀਂ ਪੜ੍ਹਦੇ, ਭੁੱਲ ਨਾ ਹੋ ਜੇ। ਬਾਣੀ ਨਾ ਪੜ੍ਹਨਾ ਹੀ ਸਭ ਤੋਂ ਵੱਡੀ ਭੁੱਲ ਆ ਪਿਆਰਿਓ। ਕਈ ਅੰਮ੍ਰਿਤ ਨਹੀਂ ਛਕਦੇ, ਪਤਾ ਨਹੀਂ ਰੱਖਿਆ ਜਾਣਾ, ਪਤਾ ਨਹੀਂ ਅੰਮ੍ਰਿਤ ਨੇ ਤੁਹਾਨੂੰ ਰੱਖਣਾ, ਤੁਸੀਂ ਥੋੜ੍ਹੀ ਅੰਮ੍ਰਿਤ ਨੂੰ ਰੱਖਣਾ। ਅੰਮ੍ਰਿਤ ਨੇ ਤੁਹਾਡੀ ਰਾਖੀ ਕਰਨੀ ਪਿਆਰਿਓ, ਤੁਸੀਂ ਅੰਮ੍ਰਿਤ ਦੀ ਰਾਖੀ ਨਹੀਂ ਕਰ ਸਕਦੇ। ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਗੁਰੂ ਨਾਨਕ ਜੀ ਦੇ ਲੜ ਲੱਗੋ ਪਿਆਰਿਓ। ਕੁਝ ਨਹੀਂ, 4 ਦਿਨਾਂ ਦੀ ਇਹ ਜ਼ਿੰਦਗੀ ਆ, ਇਹ ਪਿਆਰ ਨਾਲ ਲੰਘਾ ਲਓ। ਇਤਨੀਆਂ ਕੁ ਬੇਨਤੀਆਂ ਨੂੰ ਸਵੀਕਾਰ ਕਰੋ। ਅੰਤ ਦੇ ਵਿੱਚ ਮੈਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੁੱਚੇ ਨਗਰ ਵਾਸੀਆਂ ਨੂੰ ਹੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਦੀ ਆਪਣੇ ਵੱਲੋਂ ਵੀ ਲੱਖ ਲੱਖ ਵਧਾਈ ਦਿੰਦਾ ਹਾਂ। ਇੱਦਾਂ ਹੀ ਗੁਰੂ ਨਾਲ ਪਿਆਰ ਕਰਿਆ ਕਰੋ। ਕਥਾ ਵਿਚਾਰ ਹੁੰਦੀ ਹੈ ਸਵੇਰ ਵੇਲੇ, ਸ਼ਾਮ ਵੇਲੇ, ਬਹੁਤ ਥੋੜ੍ਹੀ ਸੰਗਤ ਹੁੰਦੀ ਹੈ। ਤੋਂ ਇਹ ਵੀ ਆਪਾਂ ਥੋੜ੍ਹੀ ਜਿਹੀ ਇੱਧਰ ਨੂੰ ਪ੍ਰੇਰਨਾ ਕਰੀਏ ਅਤੇ ਰੋਜ਼ ਆਇਆ ਕਰੀਏ। ਥੋੜ੍ਹੇ 'ਚੋਂ ਥੋੜ੍ਹਾ ਸਮਾਂ ਭਾਵੇਂ ਕੱਢ ਲਿਆ ਕਰੀਏ। ਕੰਮ ਵੀ ਜ਼ਰੂਰੀ ਨੇ, ਪਰ ਕਥਾ ਵਿਚਾਰ ਸਰਵਣ ਕਰਨੀ ਵੀ ਜ਼ਰੂਰੀ ਆ। ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਵਿੱਚ ਬੋਲਦੇ ਹਾਂ। ਇੱਕ ਨਹੀਂ, ਬਹੁਤ ਬਹੁਤ ਭੁੱਲਾਂ ਹੋ ਗਈਆਂ ਹਨ ਪਿਆਰਿਓ। ਗੁਰੂ ਨਾਨਕ ਸਾਹਿਬ ਜੀ ਬਖਸ਼ ਲੈਣ, ਸੰਗਤ ਜੀ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ, ਪਿਆਰ ਦੇ ਨਾਲ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।